स्वागत। देश विदेश में बैठे सारे दर्शकों का बहुत बहुत स्वागत करते हैं उन्होंने अपने प्रोग्राम गल्लां ते गीत दे विच। मैं मेघा। अज 11 जुलाई है। पूरे विश्व दे विच विश्व आबादी दिहाड़ा वर्ल्ड पॉपूलेशन डे मनाया जा रहा ताकि लोगों दे विच जनसंख्या नूं लैके वध तो वध जागरूकता लियाई जा सके। जनसंख्या बारे जानना ते जागरूकता जरूर बहुत ज़्यादा ज़रूरी हो जाती है क्योंकि जनसंख्या नूं काबू दे विच करना साडा एक नैतिक कर्तव्य बन जाता है। हर देश दे विच जनसंख्या नूं लैके वख-वख समस्यावां ने। किते वधदी जनसंख्या समस्या है ते किते घटदी जनसंख्या समस्या है ते किसी देश दे विच जन्म दर लगातार घट रहा है ते किसी देश दे विच नौजवानां दी गिणती दे विच बजुर्ग लगातार वध रहे ने ते बहुत सारी समस्यावां ने। जनसंख्या नूं देखण दे लई समझण लई बहुत सारे पहलू ने जिहदे बारे जानकारी होना बहुत ज़्यादा ज़रूरी है। ते अज गल्लां ते गीत प्रोग्राम दे विच भी इसी विषय ते गलबात करांगे ते जानकारी लैण लई स्टूडियो दे विच असीं खास तौर ते बुलाया। बहुत बहुत स्वागत करते हैं डॉक्टर दलजीत सिंह जी का। डॉक्टर दलजीत सिंह जी मुखी ने भूगोल विभाग के दुआबा कॉलेज जलंधर तो बहुत बहुत तुहाडा स्टूडियो दे विच स्वागत करते हैं। तो जिस तरह मैं गल कर रही सी ते असीं सारे ही जानते कि अज 11 जुलाई नूं पूरे विश्व दे विच वर्ल्ड पॉपूलेशन डे जिहड़ा है मनाया जा रहा है। तो यही तुहाडे तो सब तो पहला जानते हैं कि इस दिन नूं क्यों मनाया जाता है। मेघा जी, सब तो पहला ਤੁਹਾਨੂੰ ਤੇ ਡੀਡੀ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਅਸੀਂ ਜਾਣਦੇ ਹਾਂ ਵੀ ਅੱਜ 11 ਜੁਲਾਈ 2023 ਦਾ ਦਿਨ ਹੈ ਤੇ ਸਾਰੇ ਸੰਸਾਰ ਦੇ ਵਿੱਚ ਅੱਜ ਦਾ ਦਿਨ ਜਿਹੜਾ ਹੈਗਾ 11 ਜੁਲਾਈ ਜਿਹੜਾ ਹੈ ਉਹ ਵਰਲਡ ਪਾਪੂਲੇਸ਼ਨ ਡੇ ਦੇ ਤੌਰ ਦੇ ਉੱਤੇ ਮਨਾਇਆ ਜਾਂਦਾ ਹੈ ਜੀ। ਅੱਜ ਸਾਰੇ ਸੰਸਾਰ ਦੀ ਜਨਸੰਖਿਆ ਜਿਹੜੀ ਹੈਗੀ ਆ 8 ਅਰਬ ਦੇ ਆਸ-ਪਾਸ ਜਿਹੜੀ ਹੈਗੀ ਆ ਉਹ ਹੋ ਗਈ ਹੈ। ਜੇ ਅਸੀਂ ਭਾਰਤ ਦੀ ਗੱਲ ਕਰਦੇ ਹਾਂ ਤੇ ਭਾਰਤ ਦੇ ਪੱਖੋਂ ਜਿਹੜਾ ਹੈਗਾ ਇਹ ਜਿਹੜਾ ਅੱਜ ਦਾ ਹੁਣ ਦਾ ਇਸ ਸਾਲ ਜਿਹੜਾ ਅਸੀਂ 11 ਜੁਲਾਈ ਨੂੰ ਵਰਲਡ ਪਾਪੂਲੇਸ਼ਨ ਡੇ ਮਨਾ ਰਹੇ ਹਾਂ ਇੱਕ ਖਾਸ ਇਤਿਹਾਸਕ ਮਹੱਤਵ ਰੱਖਦਾ ਹੈ ਸਾਲ 2023 ਜੀ। ਕਿਉਂਕਿ ਜਿਹੜੀ UN ਹੈਗੀ ਹੈ ਰਾਸ਼ਟਰ ਸੰਘ ਹੈਗਾ ਉਹਨਾਂ ਨੇ ਜਿਹੜੇ ਪਾਪੂਲੇਸ਼ਨ ਸੰਬੰਧੀ ਅੰਕੜਿਆਂ ਦੇ ਅਨੁਮਾਨ ਜਿਹੜੇ ਆ ਪੇਸ਼ ਕੀਤੇ ਆ ਇਸ ਸਾਲ ਉਹਨਾਂ ਮੁਤਾਬਕ 2023 ਦੇ ਮੱਧ ਤੱਕ ਜਿਹੜਾ ਹੈਗਾ ਭਾਰਤ ਦੀ ਜਨਸੰਖਿਆ ਜਿਹੜੀ ਹੈਗੀ ਹੈ ਉਹ ਕੁੱਲ 1428 ਮਿਲੀਅਨ ਦੇ ਆਸ-ਪਾਸ ਜਿਹੜੀ ਹੈਗੀ ਆ ਹੋ ਜਾਏਗੀ ਤੇ ਐਸੇ ਹੀ ਸਮੇਂ ਦੌਰਾਨ ਜਿਹੜਾ ਚੀਨ ਦੀ ਜਨਸੰਖਿਆ ਹੈਗੀ ਆ 1425 ਮਿਲੀਅਨ ਹੋਏਗੀ ਜੀ। ਯਾਨੀ ਭਾਰਤ ਦੀ ਜਨਸੰਖਿਆ ਚੀਨ ਦੀ ਜਨਸੰਖਿਆ ਨਾਲੋਂ 3 ਮਿਲੀਅਨ ਜਿਹੜੀ ਹੈਗੀ ਆ ਮੱਧ ਆਪਣੇ 2023 ਤੱਕ ਜਿਹੜੀ ਹੈਗੀ ਹੈ ਉਹ ਜ਼ਿਆਦਾ ਹੋ ਜਾਏਗੀ। ਮਤਲਬ ਚੀਨ ਜਿਹੜਾ ਹੈਗਾ ਪਿਛਲੇ ਕਈ ਦਹਾਕਿਆਂ ਤੋਂ ਜੋ ਦੁਨੀਆ ਦਾ ਸਭ ਤੋਂ ਵੱਧ ਜਨਸੰਖਿਆ ਵਾਲਾ ਦੇਸ਼ ਜਿਹੜਾ ਹੈਗਾ ਕਹਿਲਾਉਂਦਾ ਸੀ, ਭਾਰਤ ਉਹਨੂੰ ਪਿੱਛੇ ਛੱਡ ਕੇ ਅੱਜ ਦੁਨੀਆ ਦਾ ਸਭ ਤੋਂ ਵੱਧ ਪਾਪੂਲੇਸ਼ਨ ਵਾਲਾ ਦੇਸ਼ ਜਿਹੜਾ ਹੈਗਾ ਉਹ ਬਣ ਗਿਆ UN ਦੇ ਇਹਨਾਂ ਅੰਕੜਿਆਂ ਦੇ ਅਨੁਸਾਰ। ਭਾਵੇਂ ਕਿ ਸੈਂਸਸ ਜਿਹੜਾ ਹੈਗਾ ਹਜੇ ਹੋਣਾ ਹੈਗਾ 2021 ਚ ਕਰੋਨਾ ਦੇ ਕਾਰਨ ਅਸੀਂ ਉਹ ਨਹੀਂ ਕਨੈਕਟ ਕਰ ਸਕੇ, ਪਰ ਬਹੁਤ ਜਲਦੀ ਜਿਹੜੇ ਹੈਗੇ ਰਿਐਲਿਟੀ ਦੀਆਂ ਫਿਗਰਸ ਵੀ ਸਾਹਮਣੇ ਆ ਜਾਣਗੀਆਂ। ਪਰ UN ਦੇ ਅੰਕੜਿਆਂ ਦੇ ਅਨੁਸਾਰ ਭਾਰਤ ਚੀਨ ਨੂੰ ਜਨਸੰਖਿਆ ਦੇ ਲਿਹਾਜ਼ ਨਾਲ ਪਿੱਛੇ ਛੱਡ ਕੇ ਦੁਨੀਆ ਦਾ ਸਭ ਤੋਂ ਵੱਡਾ ਜਨਸੰਖਿਆ ਵਾਲਾ ਦੇਸ਼ ਬਣ ਗਿਆ ਹੈ। ਜਿੱਥੇ ਇਹ ਅਪਾਰ ਸੰਭਾਵਨਾਵਾਂ ਜਿਹੜੀਆਂ ਸਾਡੇ ਕੋਲ ਲੈ ਕੇ ਆ ਰਿਹਾ ਹੈਗਾ ਵਿਕਾਸ ਦੀਆਂ, ਉੱਥੇ ਸਾਡੇ ਅੱਗੇ ਬਹੁਤ ਸਾਰੀਆਂ ਇਹ ਚੁਣੌਤੀਆਂ ਵੀ ਪੇਸ਼ ਚੁਣੌਤੀਆਂ ਵੀ ਲੈ ਕੇ ਆ ਰਿਹਾ ਹੈ ਜੀ। ਉਹਨਾਂ ਚੁਣੌਤੀਆਂ ਦੀ ਅਸੀਂ ਕੀ ਕਰਕੇ ਜ਼ਰੂਰ ਗੱਲ ਕਰਾਂਗੇ, ਪਰ ਜਿਸ ਤਰ੍ਹਾਂ ਵਰਲਡ ਪੋਪੂਲੇਸ਼ਨ ਡੇ ਅੱਜ ਅਸੀਂ ਮਨਾ ਰਹੇ ਹਾਂ ਤੇ ਇਹਦੀ ਗੱਲਬਾਤ ਲਗਾਤਾਰ ਕਰ ਰਹੇ ਹਾਂ ਤੇ ਇਹਦਾ ਇਤਿਹਾਸ ਕੀ ਹੈ, ਕਦੋਂ ਤੋਂ ਇਹ ਜਿਹੜਾ ਦਿਹਾੜਾ ਹੈ ਉਹ ਮਨਾਇਆ ਜਾਣਾ ਸ਼ੁਰੂ ਹੋਇਆ। ਮੇਗਾ ਜੀ, ਇਸ ਤਰ੍ਹਾਂ ਵੀ ਆਪਣੇ 1987 11 ਜੁਲਾਈ ਨੂੰ ਦੁਨੀਆ ਦੀ ਜਨਸੰਖਿਆ ਜਿਹੜੀ ਹੈਗੀ ਹੈ ਉਹ 5 ਅਰਬ ਦੇ ਅੰਕੜੇ ਨੂੰ ਛੂਹ ਗਈ ਸੀਗੀ ਤੇ ਉਸ ਵੇਲੇ ਯੂਨਾਈਟਿਡ ਨੇਸ਼ਨਸ ਦੇ ਵਿੱਚ ਜਿਹੜੇ ਬੈਠੇ ਬੰਦੇ ਹੈਗੇ ਆ ਉਹਨਾਂ ਨੇ ਇਸ ਨੂੰ ਇੱਕ ਖਤਰਨਾਕ ਅਲਾਰਮ ਦੇ ਤੌਰ ਦੇ ਉੱਤੇ ਲਿਆ ਤੇ ਆਪਣੇ 11 ਜੁਲਾਈ 1999 ਤੋਂ ਪੂਰੇ ਸੰਸਾਰ ਦੇ ਵਿੱਚ ਵਿਸ਼ਵ ਜਨਸੰਖਿਆ ਦਿਵਸ ਮਨਾਉਣ ਦੀ ਉਹਨਾਂ ਨੇ ਘੋਸ਼ਣਾ ਕੀਤੀ। ਔਰ ਇਹਦਾ ਮਨਾਉਣ ਦਾ ਜਿਹੜਾ ਮੁੱਖ ਮੰਤਵ ਇਹੋ ਹੀ ਹੈ ਵੀ ਪੂਰੀ ਦੁਨੀਆ ਦੇ ਵਿੱਚ ਜਿਹੜਾ ਹੈਗਾ ਜਨਸੰਖਿਆ ਦੇ ਜਿਹੜੇ ਹੈਗੇ ਆ ਉਹ ਮਾੜੇ ਪ੍ਰਭਾਵ ਜਿਹੜੇ ਹੈਗੇ ਆ ਹੋਰ ਪ੍ਰਭਾਵ ਜਿਹੜੇ ਹੈਗੇ ਆ ਉਹਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ। ਵੀ 1987 ਨੂੰ 5 ਅਰਬ ਦਾ ਅੰਕੜਾ ਪਾਰ ਕਰਨ ਤੋਂ ਬਾਅਦ UN ਨੇ 1999 ਤੋਂ ਇਹ ਵਿਸ਼ਵ ਜਨਸੰਖਿਆ ਦਿਵਸ ਜਿਹੜਾ ਪੂਰੀ ਦੁਨੀਆ ਦੇ ਵਿੱਚ ਮਨਾਉਣਾ ਸ਼ੁਰੂ ਕਰ ਦਿੱਤਾ ਸੀਗਾ ਜੀ। ਤੇ ਜੇ ਥੀਮ ਦੀ ਗੱਲ ਕਰੀਏ ਕਿ ਹਰ ਸਾਲ ਇਸ ਦਿਨ ਤੇ 11 ਜੁਲਾਈ ਨੂੰ ਵਰਲਡ ਪੋਪੂਲੇਸ਼ਨ ਡੇ ਤੇ ਇੱਕ ਥੀਮ ਤੇ ਜਿਹੜਾ ਹੈ ਉਹ ਕੰਮ ਸ਼ੁਰੂ ਕੀਤਾ ਜਾਂਦਾ ਹੈ ਤੇ 2023 ਦੀ ਥੀਮ ਕੀ ਹੈ? ਤੁਸੀਂ ਬਿਲਕੁਲ ਠੀਕ ਹੈ ਵੀ ਯੂਨਾਈਟਿਡ ਨੇਸ਼ਨ ਜਿਹੜੀ ਹੈਗੀ ਹੈ ਉਹਨਾਂ ਦਾ ਜਿਹੜਾ ਪਾਪੂਲੇਸ਼ਨ ਪ੍ਰੋਗਰਾਮ ਹੈਗਾ
ਉਹ ਵਰਲਡ ਪਾਪੂਲੇਸ਼ਨ ਡੇ ਨੂੰ ਸੈਲੀਬ੍ਰੇਟ ਕਰਨ ਵਾਸਤੇ 1999 ਤੋਂ ਹੀ ਲਗਾਤਾਰ ਹਰ ਸਾਲ ਵਾਸਤੇ ਇੱਕ ਅਲੱਗ ਜਿਹੜਾ ਹੈਗਾ ਉਹ ਥੀਮ ਦਿੰਦਾ ਹੈਗਾ। ਇਹ ਥੀਮ ਸਾਰੇ ਜਨਸੰਖਿਆ ਦੇ ਨਾਲ ਹੀ ਸੰਬੰਧਿਤ ਹੁੰਦੇ ਹੈਗੇ ਆ, ਜਿਵੇਂ ਅਸੀਂ ਫੈਮਿਲੀ ਪਲਾਨਿੰਗ ਕਿੱਦਾਂ ਕਰਨੀ ਹੈਗੀ ਹੈ, ਔਰਤਾਂ ਦਾ ਸਟੈਂਡਰਡ ਕਿੱਦਾਂ ਅਪਲਿਫਟ ਕਰਨਾ ਹੈ, ਗਰੀਬੀ ਕਿੱਦਾਂ ਦੂਰ ਕਰਨੀ ਹੈ, ਲੋਕਾਂ ਨੂੰ ਏਡਸ ਤੇ STD ਸੰਬੰਧਿਤ ਜਿਹੜੀਆਂ ਡਿਜ਼ੀਜ਼ ਤੋਂ ਕਿਸ ਤਰ੍ਹਾਂ ਬਚਾਉਣਾ ਹੈ, ਔਰ ਕਿਸ ਤਰ੍ਹਾਂ ਜਨਸੰਖਿਆ ਜਿਹੜੀ ਹੈਗੀ ਹੈ ਉਹ ਕਿਸੇ ਵੀ ਦੇਸ਼ ਦੇ ਵਿੱਚ ਜਿਹੜਾ ਹੈਗਾ ਉਹ ਵਿਕਾਸ ਦੇ ਕਾਰਜ ਕਰ ਸਕਦੀ ਹੈ ਜੀ। 2023 ਦਾ ਜਿਹੜਾ ਹੈਗਾ ਥੀਮ ਵਰਲਡ ਪਾਪੂਲੇਸ਼ਨ ਡੇ ਦਾ ਉਹ ਜਿਹੜਾ ਦਿੱਤਾ ਗਿਆ ਹੈ ਇਹਨਾਂ ਨੇ, ਉਹ ਇਹ ਕਿਹਾ ਹੈਗਾ ਵੀ ਅਨਲੈਸ਼ਿੰਗ ਦਾ ਜੈਂਡਰ ਇਕੁਐਲਿਟੀ ਇਨ ਦਾ ਵਰਲਡ। ਜੀ। ਜਿਵੇਂ ਜੈਂਡਰ ਇਕੁਐਲਿਟੀ ਹੈ, ਅਸੀਂ ਗੱਲ ਕਰਦੇ ਹੈਗੇ ਆ ਵੀ ਲਿੰਗ ਸਮਾਨਤਾ, ਵੀ ਲਿੰਗ ਸਮਾਨਤਾ ਦੀ ਜਿਹੜੀ ਹੈਗੀ ਆ ਸ਼ਕਤੀ ਨੂੰ ਜਿਹੜਾ ਹੈਗਾ ਉਹ ਉਜਾਗਰ ਕਰਨਾ ਇਸ ਸਾਲ ਦਾ ਜਿਹੜਾ ਹੈਗਾ ਥੀਮ ਹੈ। ਵਿਮਨ ਸੈਂਟਰਸ ਥੀਮ ਹੈ ਵੀ ਇਹਦੇ ਵਿੱਚ ਉਹਨਾਂ ਨੇ ਕਿਹਾ ਹੈਗਾ ਵੀ ਪੂਰੇ ਵਿਸ਼ਵ ਦੀਆਂ ਔਰਤਾਂ ਤੇ ਜਿਹੜੀਆਂ ਲੜਕੀਆਂ ਹੈਗੀਆਂ ਨੇ ਉਹ ਵਿਕਾਸ ਦੇ ਤਾਲੇ ਦੀ ਕੁੰਜੀ ਨੂੰ ਖੋਲ੍ਹਣ ਦੇ ਵਿੱਚ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਯੋਗਦਾਨ ਪਾ ਸਕਦੀਆਂ ਹੈਗੀਆਂ, ਉਹਨਾਂ ਦੀ ਆਵਾਜ਼ ਨੂੰ ਬੁਲੰਦ ਕਰਨਾ ਕਿਸ ਤਰ੍ਹਾਂ ਹੈਗਾ, ਉਹ ਇਸ ਸਾਲ ਦਾ ਥੀਮ ਜਿਹੜਾ ਹੈਗਾ ਉਹ ਲਿਆ ਗਿਆ ਹੈਗਾ ਵੀ ਜੈਂਡਰ ਇਕੁਐਲਿਟੀ ਦੀ ਜਿਹੜੀ ਗੱਲ ਹੈ ਉਹ ਇਸ ਸਾਲ ਦੇ ਥੀਮ ਦੇ ਵਿੱਚ ਕੀਤੀ ਗਈ ਹੈ। ਤੇ ਜੇ ਗੱਲ ਇਹ ਕਰੀਏ ਕਿ ਅੱਜ ਦਾ ਜਿਹੜਾ ਦਿਹਾੜਾ ਹੈ ਉਹ ਪੂਰੀ ਤਰ੍ਹਾਂ ਇਸ ਲਈ ਮਨਾਇਆ ਜਾਂਦਾ ਹੈ ਤਾਂ ਕਿ ਲੋਕਾਂ ਦੇ ਵਿੱਚ ਵੱਧ ਤੋਂ ਵੱਧ ਜਾਗਰੂਕਤਾ ਲੈ ਕੇ ਆਈ ਜਾ ਸਕੇ। ਫਿਰ ਕਿਸ ਤਰ੍ਹਾਂ ਅੱਜ ਦੇ ਦਿਨ ਨੂੰ ਵੱਖ-ਵੱਖ ਥਾਵਾਂ ਤੇ ਮਨਾਇਆ ਜਾਂਦਾ ਹੈ ਤਾਂ ਕਿ ਜਾਗਰੂਕਤਾ ਹੋਰ ਜ਼ਿਆਦਾ ਆਏ? ਜਿਵੇਂ ਤੁਹਾਨੂੰ ਮੈਂ ਦੱਸਿਆ ਹੈਗਾ ਵੀ ਵਰਲਡ ਪਾਪੂਲੇਸ਼ਨ ਡੇ ਦੇ ਉੱਤੇ ਜਿਹੜਾ ਹੈਗਾ ਹਰ ਸਾਲ ਅਲੱਗ-ਅਲੱਗ ਥੀਮਸ ਜਿਹੜੇ ਹੈਗੇ ਆ ਉਹ ਦਿੱਤੇ ਜਾਂਦੇ ਹੈਗੇ ਆ, ਤੇ ਇਹਨਾਂ ਥੀਮਸ ਦੇ ਮੁਤਾਬਿਕ ਹੀ ਜਿਹੜੇ ਹੈਗੇ ਡਿਫਰੈਂਟ ਪ੍ਰੋਗਰਾਮ ਜੋ ਲਿਖੇ ਜਾਂਦੇ ਹੈਗੇ ਆ। ਬੇਸਿਕ ਪਰਪਸ ਜਿਹੜਾ ਹੈਗਾ ਵੀ ਲੋਕਾਂ ਦੇ ਵਿੱਚ ਜਨਸੰਖਿਆ ਜਿਹੜੇ ਪ੍ਰਭਾਵ ਹੈਗੇ ਆ ਉਹਨਾਂ ਸੰਬੰਧੀ ਜਿਹੜੇ ਹੈਗੇ ਆ ਉਹ ਜਾਗਰੂਕਤਾ ਫੈਲਾਉਣੀ। ਜਿਸ ਤਰ੍ਹਾਂ ਸਕੂਲ ਤੇ ਕਾਲਜਾਂ ਦੀ ਗੱਲ ਕਰੀਏ ਜੀ, ਅਕੋਰਡਿੰਗਲੀ ਜੇਕਰ ਗੱਲ ਕਰਦੇ ਹੈਗੇ ਆ, ਜਿਵੇਂ ਵਿਮਨ ਐਮਪਾਵਰਮੈਂਟ ਦੀ ਗੱਲ ਕਰੀਏ, ਆਪਾਂ ਔਰਤਾਂ ਦਾ ਯੋਗਦਾਨ ਦੀ ਗੱਲ ਕਰੀਏ, ਲੜਕੀਆਂ ਦਾ ਯੋਗਦਾਨ ਦੀ ਗੱਲ ਕਰੀਏ, ਤਾਂ ਅਲੱਗ-ਅਲੱਗ ਥੀਮ ਜਿਹੜੇ ਹੈਗੇ ਆ ਪਿਛਲੇ ਸਾਲਾਂ ਦੇ ਵਿੱਚ ਵੀ ਜਿਹੜੇ ਰਹੇ ਹੈਗੇ ਆ ਉਹਨਾਂ ਨੂੰ ਲੈ ਕੇ ਦੁਨੀਆ ਦੇ ਵਿੱਚ ਜਿਹੜਾ ਹੈਗਾ ਐਜੂਕੇਸ਼ਨ ਤੇ ਜਿਹੜੇ ਵਿਦਿਅਕ ਅਦਾਰੇ ਹੈਗੇ ਆ ਇਹਨਾਂ ਦੇ ਵਿੱਚ ਜਿਹੜੇ ਹੈਗੇ ਆ ਸੈਮੀਨਾਰਸ, ਕਾਨਫਰੰਸਿਸ, ਵਰਕਸ਼ਾਪਸ ਕਰਵਾਏ ਜਾ ਰਹੇ ਹੈਗੇ ਆ, ਕਵਿਤਾ ਮੁਕਾਬਲੇ ਕਰਵਾਏ ਜਾਂਦੇ ਆ, ਐਸੇ ਰਾਈਟਿੰਗ ਹੁੰਦੀ ਹੈਗੀ ਹੈ, ਇੱਦਾਂ ਹੀ ਚਿੱਤਰਕਲਾ ਦੇ ਵਿੱਚ ਪੇਂਟਿੰਗ ਮੁਕਾਬਲੇ, ਪੋਸਟਰ ਮੇਕਿੰਗ ਕਰਵਾਈ ਜਾਂਦੀ ਹੈਗੀ ਹੈ। ਪ੍ਰਿੰਟ ਮੀਡੀਆ ਦੇ ਵਿੱਚ ਜਿਹੜੇ ਹੈਗੇ ਐਕਸਪਰਟਸ ਜਿਹੜੇ ਹੈਗੇ ਆ ਲੇਖ ਦੇ ਉੱਤੇ ਲਿਖਦੇ ਹੈਗੇ ਆ, ਤੇ ਰੇਡੀਓ ਤੇ TV ਵਰਗੇ ਜਿਹੜੇ ਆ ਜਨ ਸੰਚਾਰ ਦੇ ਮਾਧਿਅਮ ਹੈਗੇ ਇਹਨਾਂ ਦੇ ਵਿੱਚ ਵੀ ਅਸੀਂ ਜਿਹੜਾ ਹੈਗਾ ਡਿਫਰੈਂਟ ਜਿਹੜੇ ਟਾਕਸ ਜਿਹੜੀਆਂ ਕੰਡਕਟ ਕਰਦੇ ਆ। ਜਿਸ ਤਰ੍ਹਾਂ ਅੱਜ ਉਪਰਾਲਾ ਕੀਤਾ ਗਿਆ ਇਸ ਵੇਲੇ ਦੇ ਵਿੱਚ ਜਿਹੜਾ ਹੈਗਾ ਵਿਸ਼ਵ ਜਨਸੰਖਿਆ ਦਿਵਸ ਦੀ ਗੱਲ ਕਰਦੇ ਪਏ ਹੈਗੇ ਆ। ਇਹਦੇ ਵਿੱਚ ਆਮ ਲੋਕ ਤੇ ਸਰਕਾਰਾਂ ਤੇ NGOs ਜੇਕਰ ਰਲ ਕੇ ਉਪਰਾਲੇ ਕਰਦੀਆਂ ਹੈਗੀਆਂ ਨੇ ਔਰ ਕਰ ਰਹੀਆਂ ਨੇ, ਉਹਦੇ ਨਾਲ ਅਸੀਂ ਵਿਸ਼ਵ ਦੀ ਜਨਸੰਖਿਆ ਨੂੰ ਇੱਕ ਖਾਸ ਸੇਧ ਦੇ ਸਕਦੇ ਹੈਗੇ ਆ ਤਾਂ ਕਿ ਜਨਸੰਖਿਆ ਦੇ ਜਿਹੜੇ ਮਾੜੇ ਪ੍ਰਭਾਵ ਹੈਗੇ ਆ ਉਹਨਾਂ ਤੋਂ ਬਚਿਆ ਜਾ ਸਕੇ ਜੀ। ਤੇ ਲਗਾਤਾਰ ਅਸੀਂ ਵਰਲਡ ਪਾਪੂਲੇਸ਼ਨ ਡੇ ਤੇ ਗੱਲਬਾਤ ਕਰ ਰਹੇ ਹਾਂ ਤੇ ਡਾਕਟਰ ਸਾਹਿਬ ਤੁਹਾਡੇ ਤੋਂ ਇਹ ਜਾਣ ਲੈਂਦੇ ਆ ਕਿ ਸਥਿਤੀ ਇਸ ਵੇਲੇ ਅਸਲ ਦੇ ਵਿੱਚ ਕੀ ਹੈ ਪੂਰੇ ਵਿਸ਼ਵ ਦੀ, ਜੇ ਜਨਸੰਖਿਆ ਨੂੰ ਲੈ ਕੇ ਗੱਲ ਕਰੀਏ ਤਾਂ ਕੀ ਸਥਿਤੀ ਹੈ ਤੇ ਭਾਰਤ ਦੀ ਕੀ ਸਥਿਤੀ ਹੈ? ਮੇਗਾ ਜੀ, ਇਸ ਤਰ੍ਹਾਂ ਹੈ ਵੀ ਵਰਲਡ ਪਾਪੂਲੇਸ਼ਨ ਡੇ ਜਿਹੜਾ ਹੈਗਾ ਜਿਵੇਂ 1999 ਦੇ ਵਿੱਚ ਜਦੋਂ 5 ਅਰਬ ਦਾ ਅੰਕੜਾ ਜਿਹੜਾ ਜਨਸੰਖਿਆ ਨੇ ਕ੍ਰੋਸ ਕਰ ਲਿਆ ਸੀਗਾ ਤੇ ਉਦੋਂ ਤੋਂ ਮਨਾਉਣਾ ਅਸੀਂ ਸ਼ੁਰੂ ਕੀਤਾ ਹੈਗਾ। ਮਤਲਬ ਕਿ ਅਲਾਰਮ ਜਿਹੜਾ ਹੈਗਾ ਉਹ 1999 ਦੇ ਵਿੱਚ ਜਿਹੜਾ ਹੈਗਾ UNO ਨੇ ਜਿਹੜਾ ਹੈਗਾ ਦੁਨੀਆ ਨੂੰ ਜਿਹੜਾ ਹੈਗਾ ਵਜਾ ਕੇ ਦੱਸਦਾ ਸੀਗਾ। 5 ਅਰਬ ਤੋਂ ਬਾਅਦ ਜੇਕਰ ਅਸੀਂ ਅੱਜ 2023 ਦੀ ਗੱਲ ਕਰਦੇ ਹੈਗੇ ਆ ਤੇ 2023 ਦੇ ਵਿੱਚ ਪੂਰੇ ਸੰਸਾਰ ਦੀ ਜਨਸੰਖਿਆ ਜਿਹੜੀ ਹੈਗੀ ਆ ਉਹ 8 ਅਰਬ ਤੱਕ ਪਹੁੰਚ ਗਈ ਹੈ ਜੀ। ਯਾਨੀ 5 ਤੋਂ 8 ਅਰਬ ਜਿਹੜੀ ਜਨਸੰਖਿਆ ਪਿਛਲੇ ਕੁਝ ਦਹਾਕਿਆਂ ਦੇ ਦੌਰਾਨ ਹੀ ਜਿਹੜੀ ਆ ਪਹੁੰਚ ਗਈ ਹੈਗੀ ਆ। ਹੁਣ ਇਸ 8 ਅਰਬ ਜਨਸੰਖਿਆ ਦੇ ਵਿੱਚ ਵੀ ਜਿਹੜਾ ਦੁਨੀਆ ਦੇ 2 ਸਭ ਤੋਂ ਵੱਧ ਜਨਸੰਖਿਆ ਵਾਲੇ ਦੇਸ਼ ਦਾ ਤੁਹਾਨੂੰ ਮੈਂ ਦੱਸਿਆ ਹੈਗਾ ਚੀਨ ਤੇ ਭਾਰਤ ਜਿਹੜੇ ਹੈਗੇ ਆ ਉਹ ਬਹੁਤ ਸਾਰੀਆਂ ਜਨਸੰਖਿਆ ਸੰਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਹੈਗੇ ਆ। ਹੁਣ ਜੇਕਰ ਅਸੀਂ ਆਪਣੀ ਗੱਲ ਕਰਦੇ ਹੈਗੇ ਆ ਪਾਪੂਲੇਸ਼ਨ ਦੀ ਗਰੋਥ ਦੀ, ਤੇ ਪਹਿਲਾਂ ਜਿਹੜੀ ਜਨਸੰਖਿਆ ਬਹੁਤ ਘੱਟ ਹੁੰਦੀ ਸੀਗੀ, ਜਿਵੇਂ 1800 ਈਸਵੀ ਤੱਕ ਜੇਕਰ ਗੱਲ ਕਰੀਏ ਤੇ ਦੁਨੀਆ ਦੀ ਜਨਸੰਖਿਆ ਜਿਹੜੀ ਹੈਗੀ ਹੈ ਉਹ 1 ਅਰਬ ਦੇ ਆਸ-ਪਾਸ ਹੀ ਰਹੀ ਹੈਗੀ ਹੈ। ਕਿਉਂਕਿ ਪਹਿਲਾਂ ਜਨਮ ਦਰ ਜਿਹੜੀ ਹੈ ਜ਼ਿਆਦਾ ਹੁੰਦੀ ਸੀਗੀ, ਮੌਤ ਦਰ ਵੀ ਜ਼ਿਆਦਾ ਹੁੰਦੀ ਸੀਗੀ, ਵੀ ਨੈਟ ਰਿਜ਼ਲਟ ਜਿਹੜਾ ਹੈਗਾ ਪਾਪੂਲੇਸ਼ਨ ਲਗਭਗ ਸਟੇਬਲ ਹੁੰਦੀ ਸੀਗੀ। ਪਰ ਬਾਅਦ ਵਿੱਚ ਕੀ ਹੋਇਆ ਵੀ ਇਹ ਜਨਸੰਖਿਆ ਜਿਹੜੀ ਹੈਗੀ ਹੈ ਉਦਯੋਗਿਕ ਕ੍ਰਾਂਤੀ ਆਉਣ ਤੋਂ ਬਾਅਦ ਜਿਹੜੀ ਹੈਗੀ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਬੜੀ ਤੇਜ਼ੀ ਨਾਲ ਵਧਣੀ ਸ਼ੁਰੂ ਹੋਈ ਤੇ ਅੱਜ ਇਹ ਜਨਸੰਖਿਆ ਜਿਹੜੀ ਹੈਗੀ ਆ 8 ਅਰਬ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਬਿਲਕੁਲ। ਹੁਣ ਇਹ ਜਨਸੰਖਿਆ ਲਗਭਗ ਹਰ ਸਾਲ ਜਿਹੜੀ ਆਪਣੇ ਹਰ 25 ਸਾਲਾਂ ਦੇ ਬਾਅਦ ਜਿਹੜੀ ਹੈਗੀ ਹੈ ਅਸੀਂ ਦੇਖਦੇ ਹੈਗੇ ਆ ਇੱਕ ਨਵੇਂ ਮੁਕਾਮ ਦੇ ਉੱਤੇ ਪਹੁੰਚ ਰਹੀ ਹੈਗੀ ਹੈ ਔਰ ਇਹ ਉਮੀਦ ਲਗਾਈ ਜਾਂਦੀ ਹੈਗੀ ਹੈ ਵੀ ਆਪਣੇ 2100 ਤੱਕ ਆਉਂਦਿਆਂ ਜਿਹੜੀ ਇਹ ਜਨਸੰਖਿਆ ਜਿਹੜੀ ਹੈਗੀ ਹੈ ਹੋ ਸਕਦਾ ਹੈਗਾ 10-11 ਅਰਬ ਤੱਕ ਪਹੁੰਚ ਜਾਵੇ
ਜੀ ਜੀ। ਤੇ ਇਹਦੇ ਵਿੱਚ ਜਿਹੜਾ ਹੈਗਾ, ਜੇਕਰ ਅਸੀਂ ਪੂਰੀ ਦੁਨੀਆ ਦੀ ਗੱਲ ਕਰਦੇ ਹਾਂ, ਕੰਟੀਨੈਂਟਲ ਡਿਸਟ੍ਰੀਬਿਊਸ਼ਨ ਆਫ ਵਰਲਡ ਪਾਪੂਲੇਸ਼ਨ, ਤਾਂ ਜੇਕਰ ਇਹ ਸਮਝਣਾ ਹੋਵੇ ਵੀ ਇਹ ਵੰਡ ਜਿਹੜੀ ਹੈਗੀ ਆ ਜਨਸੰਖਿਆ ਦੀ, ਜਿਹੜੀ 8 ਅਰਬ ਇਸ ਵੇਲੇ ਹੈਗੀ ਆ ਦੇਖੀਏ, ਤਾਂ ਪੂਰੇ ਸਾਰੇ ਅਮਰੀਕਾ ਦੇ ਜਿਹੜੇ ਦੇਸ਼ ਹੈਗੇ ਆ, ਚਾਹੇ ਉਹ 'ਚ ਕੈਨੇਡਾ ਹੈ, USA ਹੈ, ਸੈਂਟਰਲ ਅਮਰੀਕਨ ਕੰਟਰੀਜ਼ ਹੈ, ਇਹਨਾਂ ਦੀ ਜਨਸੰਖਿਆ ਲਗਭਗ 1 ਅਰਬ ਹੈ ਇਸ ਵੇਲੇ। ਇੱਦਾਂ ਹੀ ਯੂਰਪ ਦੀ ਗੱਲ ਕਰਦੇ ਆ ਮਹਾਦੀਪ ਦੀ, ਉੱਥੇ ਵੀ ਲਗਭਗ 1 ਅਰਬ ਦੇ ਆਸ-ਪਾਸ ਜਨਸੰਖਿਆ ਹੈ। ਅਫਰੀਕਾ ਜਿਹੜਾ ਹੈਗਾ ਉਹਦੀ ਜਨਸੰਖਿਆ ਵੀ 1 ਅਰਬ ਦੇ ਆਸ-ਪਾਸ ਹੈ। ਏਸ਼ੀਆ ਜਿਹਦੇ ਵਿੱਚ ਇੰਡੀਆ ਤੇ ਚਾਈਨਾ ਦੋਨੋਂ ਸ਼ਾਮਲ ਹੈ, ਇਹਨਾਂ ਦੀ ਜਨਸੰਖਿਆ 4 ਅਰਬ ਹੈ। ਮਤਲਬ ਕਿ ਜੇ ਅਸੀਂ ਇਹਨਾਂ ਸਾਰੇ ਮਹਾਦੀਪਾਂ ਨੂੰ ਮੁੱਖ ਰੂਪ 'ਚ ਕੋਡ ਦਈਏ ਤਾਂ 1 ਅਸੀਂ ਕਹਿ ਸਕਦੇ ਹਾਂ ਵੀ ਅਮਰੀਕਾਜ਼ 1 ਅਰਬ, ਯੂਰਪ 1 ਅਰਬ, ਅਫਰੀਕਾ 1 ਅਰਬ ਤੇ ਏਸ਼ੀਆ ਜਿਹੜਾ ਹੈਗਾ 4 ਅਰਬ। ਪਰ ਆਉਣ ਵਾਲੇ ਕੁਝ ਸਾਲਾਂ ਦੇ ਬਾਅਦ 2050 ਤੱਕ ਇਹ ਜਿਹੜੇ ਕੋਡ ਹੈਗੇ ਆ 1-1-1-4, ਇਹਦੇ ਵਿੱਚ ਬੜੀ ਤੇਜ਼ੀ ਨਾਲ ਤਬਦੀਲੀ ਆਉਣ ਵਾਲੀ ਹੈ। ਕੁਝ ਦੇਸ਼ਾਂ ਵਿੱਚ ਤਾਂ ਇਹ ਤਬਦੀਲੀ ਜਿਹੜੀ ਹੈਗੀ ਆ ਸਧਾਰਨ ਹੀ ਹੋਏਗੀ, ਜਿਵੇਂ ਅਮਰੀਕਾਜ਼ ਨੂੰ ਮੈਂ 1 ਅਰਬ ਕਿਹਾ ਹੈਗਾ, ਤੇ 2050 ਤੱਕ ਵੀ ਉਹਨਾਂ ਦੀ ਜਨਸੰਖਿਆ 1 ਅਰਬ ਦੇ ਆਸ-ਪਾਸ ਹੀ ਹੋਣਾ ਹੈ, ਕਿਉਂਕਿ ਇਹਦੇ ਵਿੱਚ ਅਸੀਂ ਵਿਕਸਿਤ ਦੇਸ਼ ਜਿਹੜੇ ਹੈਗੇ ਆ ਜ਼ਿਆਦਾ ਹੈ, ਘੱਟ ਜਨਸੰਖਿਆ ਵਾਲੇ ਦੇਸ਼ ਕੈਨੇਡਾ ਹੈ, ਜਿਵੇਂ ਅਮਰੀਕਾ ਜਿਹੜਾ ਹੈਗਾ ਆ ਉਹ ਕਾਫੀ ਵਿਕਸਿਤ ਦੇਸ਼ ਹੈ, ਇਹਨਾਂ ਦੇ ਪਾਪੂਲੇਸ਼ਨ ਕੰਟਰੋਲ ਮੇਜਰਸ ਅੱਛੇ ਹੈਗੇ ਆ, ਇਹ 1 ਅਰਬ ਤੇ ਹੀ ਰਹਿਣਾ। ਇੱਦਾਂ ਹੀ ਯੂਰਪ ਜਿਹੜਾ ਹੈਗਾ ਕਾਫੀ ਵਿਕਸਿਤ ਮਹਾਦੀਪ ਹੈਗਾ, ਉੱਥੇ ਵੀ ਇਹ ਜਨਸੰਖਿਆ 1 ਅਰਬ ਰਹੇਗੀ। ਜਿਹੜੀ ਸਭ ਤੋਂ ਖਤਰਨਾਕ ਜਨਸੰਖਿਆ ਦੇ ਵਿਸਫੋਟ ਦੀ ਸਿਚੁਏਸ਼ਨ ਜਿਹੜੀ ਕਿ ਏਸ਼ੀਆ ਦੇ ਵਿੱਚ ਆਲਰੇਡੀ ਆ ਚੁੱਕੀ ਹੈ, ਅਸੀਂ ਅਫਰੀਕਾ ਦੇ ਵਿੱਚ ਜਿਹੜਾ ਹੈਗਾ ਇਹ ਦੇਖਣ ਜਾ ਰਹੇ ਹੈਗੇ ਆ ਅਗਲੇ ਕੁਝ ਦਹਾਕਿਆਂ ਦੇ ਵਿੱਚ ਵੀ 2050 ਦੇ ਆਸ-ਪਾਸ ਇੱਥੇ ਜਨਸੰਖਿਆ ਜਿਹੜੀ ਹੈਗੀ ਆ, ਜਿਹੜੀ ਪਹਿਲਾਂ 1 ਅਰਬ ਦੇ ਆਸ-ਪਾਸ ਹੁੰਦੀ ਸੀ, ਇਹ 4 ਅਰਬ ਤੱਕ ਵੀ ਅੱਜ ਨਾਲੋਂ 4 ਗੁਣਾ ਵੱਧ ਜਨਸੰਖਿਆ ਜਿਹੜੀ ਹੈਗੀ ਇੱਥੇ ਹੋਣ ਦੇ ਚਾਂਸਿਸ ਹੈਗੇ ਆ। ਔਰ ਬਰਥ ਰੇਟ ਇੱਥੇ ਕਈ ਦੇਸ਼ਾਂ ਦੇ ਤਾਂ 3% ਪਰ ਐਨਮ, 4% ਪਰ ਐਨਮ ਵੀ ਹੈ, ਤੇ ਕੁਝ ਦਹਾਕਿਆਂ ਦੇ ਵਿੱਚ ਜਿਹੜੀ ਹੈਗੀ ਜਨਸੰਖਿਆ ਇਹਨਾਂ ਦੀ ਜਿਹੜੀ ਹੈਗੀ ਬੜੀ ਤੇਜ਼ੀ ਨਾਲ ਵੱਧ ਰਹੀ ਹੈਗੀ ਹੈ। ਏਸ਼ੀਆ ਦੀ ਗੱਲ ਕਰਦੇ ਹਾਂ ਤੇ ਏਸ਼ੀਆ ਦੇ ਵਿੱਚ ਭਾਵੇਂ ਜਨਸੰਖਿਆ ਦੀ ਗਰੋਥ ਰੇਟ ਪਿਛਲੇ ਕੁਝ ਸਾਲਾਂ ਦੌਰਾਨ ਸਲੋ ਹੋਈ ਹੈ, ਚਾਈਨਾ ਤੇ ਇੰਡੀਆ ਦੋਨਾਂ ਦੇ ਵਿੱਚ, ਪਰ ਫਿਰ ਵੀ ਸਾਡੀ ਜਨਸੰਖਿਆ ਜਿਹੜੀ ਹੈਗੀ ਆ 2050 ਤੱਕ ਏਸ਼ੀਆ ਦੇ ਵਿੱਚ ਇਹ 5 ਅਰਬ ਤੱਕ ਪਹੁੰਚ ਜਾਵੇਗੀ। ਜੇ ਅਸੀਂ ਇੰਡੀਆ ਦੀ ਗੱਲ ਕਰਦੇ ਹਾਂ ਤੇ ਇੰਡੀਆ ਦੇ ਵਿੱਚ 2065 ਦੇ ਆਸ-ਪਾਸ ਅਸੀਂ ਪੀਕ ਪਾਪੂਲੇਸ਼ਨ ਤੇ ਆਪਣੇ ਪਹੁੰਚ ਜਾਵਾਂਗੇ। ਜਿਵੇਂ ਸਾਡੀ ਇਸ ਵੇਲੇ ਜਿਹੜੀ ਜਨਸੰਖਿਆ ਹੈਗੀ, ਜਿੱਦਾਂ ਮੈਂ ਦੱਸਿਆ ਹੈਗਾ 1428 ਮਿਲੀਅਨ ਹੈ, ਜਾਂ ਅਸੀਂ 1.4 ਅਰਬ ਕਹਿ ਦਈਏ, ਤੇ ਆਪਣੇ ਇਹ ਆਉਣ ਵਾਲੇ ਸਮੇਂ ਦੇ ਵਿੱਚ 2064 ਦੇ ਵਿੱਚ ਇਹ 1.7 ਅਰਬ ਦੇ ਆਸ-ਪਾਸ ਪਹੁੰਚ ਜਾਵੇਗੀ। ਉਸ ਤੋਂ ਬਾਅਦ ਅਨੁਮਾਨ ਇਹ ਲਗਾਏ ਜਾਂਦੇ ਹੈਗੇ ਵੀ ਸਾਡੀ ਪਾਪੂਲੇਸ਼ਨ ਜਿਹੜੀ ਹੈਗੀ ਆ ਘਟਣਾ ਸ਼ੁਰੂ ਹੋ ਜਾਵੇਗੀ। ਤੇ ਉਸ ਸਮੇਂ ਚੀਨ ਦੀ ਜਨਸੰਖਿਆ ਜਿਹੜੀ ਹੈਗੀ ਆ, ਜੇਕਰ 2064 'ਚ ਦੇਖਦੇ ਹੈਗੇ ਆ, ਭਾਵੇਂ ਅਸੀਂ ਅੱਜ ਚੀਨ ਨੂੰ ਛੱਡ ਕੇ ਨੰਬਰ 1 ਬਣ ਗਏ ਹੈਗੇ ਆ ਤੇ ਫਰਕ ਸਿਰਫ 3 ਮਿਲੀਅਨ ਜਨਸੰਖਿਆ ਦਾ ਹੀ ਹੈ, ਪਰ 2064 ਤੱਕ ਜਿਹੜੀ ਹੈਗੀ ਆ ਚੀਨ ਦੀ ਜਨਸੰਖਿਆ ਜਿਹੜੀ ਹੈ ਉਹ ਸਿਰਫ 0.7 ਅਰਬ ਹੀ ਰਹਿ ਜਾਣੀ ਹੈ, ਜਿਹੜੀ ਕਿ ਅੱਜ 1.4 ਅਰਬ ਹੈ, ਵੀ ਅੱਜ ਨਾਲੋਂ ਅੱਧੀ ਜਨਸੰਖਿਆ ਰਹਿ ਜਾਣੀ ਹੈਗੀ ਹੈ ਚੀਨ ਦੀ। ਹੁਣ ਭਾਰਤ ਦੇ ਚੀਨ ਦੀ ਇਹ ਸਥਿਤੀ ਦੀ ਜੇਕਰ ਅਸੀਂ ਗੱਲ ਕਰਦੇ ਹੋਏ ਪੂਰੇ ਦੁਨੀਆ ਦੇ ਵਿੱਚ ਵੀ ਦੇਖਦੇ ਹੈਗੇ ਆ, ਤੇ ਦੁਨੀਆ ਦੇ ਵਿੱਚ ਜਨਸੰਖਿਆ ਦੀ ਘਣਤਾ ਦੇ 4 ਮੇਜਰ ਕਲਸਟਰਸ ਨੇ, ਜਿੱਥੇ ਜਨਸੰਖਿਆ ਝੁੰਡਾਂ ਦੇ ਰੂਪ ਦੇ ਵਿੱਚ ਵਸੀ ਹੋਈ ਹੈਗੀ ਹੈ। ਪਰ ਸਕੁਅਰ ਕਿਲੋਮੀਟਰ ਨੰਬਰ ਆਫ ਪੀਪਲ ਜਿਹੜੇ ਹੈਗੇ ਉੱਥੇ ਬਹੁਤ ਜ਼ਿਆਦਾ ਨੇ। ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਝੁੰਡ ਹੈਗਾ ਉਹ ਹੈ ਸਾਊਥ ਏਸ਼ੀਆ ਦਾ। ਸਾਊਥ ਏਸ਼ੀਆ ਦੇ ਵਿੱਚ ਜਿਵੇਂ ਭਾਰਤ, ਇਹਦੇ ਗੁਆਂਢੀ ਦੇਸ਼ ਪਾਕਿਸਤਾਨ, ਬੰਗਲਾਦੇਸ਼ ਇਹ ਆਉਂਦੇ ਹੈਗੇ। ਇੱਦਾਂ ਹੀ ਦੱਖਣ ਪੂਰਬੀ ਏਸ਼ੀਆ ਦੇ ਦੇਸ਼ ਜਿਹੜੇ ਹੈਗੇ, ਜਿਹ 'ਚ ਚੀਨ ਹੈ, ਜਾਪਾਨ ਹੈ, ਨਾਰਥ ਕੋਰੀਆ, ਸਾਊਥ ਕੋਰੀਆ, ਤਾਈਵਾਨ ਵਗੈਰਾ ਦੇ ਦੇਸ਼ ਆ ਜਾਂਦੇ ਆ। ਇਹ ਇੱਕ ਦੂਸਰਾ ਝੁੰਡ ਹੈ ਬਹੁਤ ਵੱਡਾ ਜਨਸੰਖਿਆ ਦਾ। ਤੀਸਰਾ ਝੁੰਡ ਜਿਹੜਾ ਹੈਗਾ ਇਸ ਵੇਲੇ ਉਹ ਵੈਸਟਰਨ ਯੂਰਪ ਹੈ ਜੀ, ਤੇ ਚੌਥਾ ਝੁੰਡ ਜਿਹੜਾ ਹੈਗਾ ਉੱਤਰੀ ਅਮਰੀਕਾ ਦੇ ਵਿੱਚ ਉੱਤਰ ਪੂਰਬੀ USA ਜਿਹੜਾ ਹੈਗਾ ਉੱਥੇ ਹੈ। ਹੁਣ ਇਹਨਾਂ 4 ਖੇਤਰਾਂ ਦੇ ਵਿੱਚ ਦੁਨੀਆ ਦੀ ਜਿਹੜੀ ਹੈਗੀ ਆ 4 ਹਿੱਸਿਆਂ ਚੋਂ 3 ਹਿੱਸਿਆਂ ਤੋਂ ਵੀ ਜ਼ਿਆਦਾ ਜਨਸੰਖਿਆ ਜਿਹੜੀ ਹੈਗੀ ਆ ਉਹ ਵਸੀ ਹੋਈ ਹੈ ਜੀ। ਵੀ ਦੁਨੀਆ ਦੀ 90% ਜਨਸੰਖਿਆ ਦੁਨੀਆ ਦੇ ਸਿਰਫ 5% ਖੇਤਰਫਲ ਤੇ ਹੀ ਮਿਲਦੀ ਆ ਸਾਨੂੰ। ਬਿਲਕੁਲ। ਤੇ ਦੂਜਾ ਜਿਵੇਂ ਤੁਸੀਂ ਕਿਹਾ ਵੀ ਕਈ ਦੇਸ਼ਾਂ ਦੇ ਵਿੱਚ ਜਨਸੰਖਿਆ ਜਿਹੜੀ ਹੈਗੀ ਆ ਵੱਧ ਰਹੀ ਹੈ ਤੇ ਕਈ ਦੇਸ਼ਾਂ ਦੇ ਵਿੱਚ ਜਨਸੰਖਿਆ ਘਟਣ ਦੀ ਸਮੱਸਿਆ ਵੀ ਹੈ। ਇਹ ਗੱਲ ਕਰਾਂਗੇ, ਬਟ ਜਿੱਦਾਂ ਹੁਣ ਗੱਲ ਇੰਡੀਆ ਤੇ ਅਸੀਂ ਚਾਈਨਾ ਦੀ ਕਰੀਏ, ਪਹਿਲੇ ਦੇਖ ਰਹੇ ਸੀ ਅਸੀਂ ਜਨਸੰਖਿਆ ਦੇ ਵਿੱਚ ਚਾਈਨਾ ਪਹਿਲੇ ਨੰਬਰ ਤੇ ਹੁੰਦਾ ਸੀ, ਹੁਣ ਭਾਰਤ ਪਹਿਲੇ ਨੰਬਰ ਤੇ ਆ ਚੁੱਕਿਆ ਹੈ। ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹ ਆંકੜੇ ਬਦਲ ਸਕਦੇ ਨੇ? ਕੀ ਭਾਰਤ ਫੇਰ ਥੱਲੇ ਆ ਸਕਦਾ ਹੈ? ਤੇ ਚਾਈਨਾ ਨੇ ਐਸੇ ਕੀ ਉਪਰਾਲੇ ਕੀਤੇ ਕਿ ਉਹ 1 ਤੋਂ ਦੂਸਰੇ ਨੰਬਰ ਤੇ ਆ ਗਿਆ? ਮੇਗਾ ਜੀ, ਪਾਪੂਲੇਸ਼ਨ ਸਟੱਡੀਜ਼ ਦੇ ਵਿੱਚ ਬਹੁਤ ਹੀ ਇੰਟਰਸਟਿੰਗ ਕੰਪੈਰੀਟਿਵ ਸਟੱਡੀ ਹੈਗੀ ਹੈ ਵੀ ਚਾਈਨਾ ਦੀ ਪਾਪੂਲੇਸ਼ਨ ਪਾਲਿਸੀ ਤੇ ਇੰਡੀਆ ਦੀ ਆਪਣੀ ਪਾਪੂਲੇਸ਼ਨ ਪਾਲਿਸੀ ਹੈ, ਇਹਨੂੰ ਲੈ ਕੇ ਪਿਛਲੇ ਸਾਲਾਂ ਦੇ ਵਿੱਚ ਅਸੀਂ ਕਿਹੜੀਆਂ ਤਬਦੀਲੀਆਂ ਦੇਖੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਰੁਝਾਨ ਹੋਣਗੇ। ਜੇਕਰ ਅਸੀਂ 1950 ਦੀ ਗੱਲ ਕਰਦੇ ਹੈਗੇ ਆ ਤੇ 1950 ਦੇ ਆਸ-ਪਾਸ ਚਾਈਨਾ ਦੀ ਪੂਰੀ ਦੁਨੀਆ ਦੇ ਵਿੱਚ ਪਾਪੂਲੇਸ਼ਨ ਦੀ ਪਰਸੈਂਟੇਜ ਕੰਟਰੀਬਿਊਸ਼ਨ ਜਿਹੜੀ ਸੀ ਉਹ 22% ਸੀਗੀ।
ਔਰ ਉਸ ਵੇਲੇ ਇੰਡੀਆ ਦੀ ਜਿਹੜੀ ਕੰਟਰੀਬਿਊਸ਼ਨ ਹੈ ਉਹ ਸਿਰਫ ਤੇ ਸਿਰਫ 16% ਸੀ ਜੀ ਜੀ। ਵੀ ਸਾਡੇ ਜਿਹੜਾ ਚਾਈਨਾ ਜਿਹੜਾ ਹੈਗਾ ਦੁਨੀਆ 'ਚ 6-7% ਜਿਹੜਾ ਹੈਗਾ ਉਹ ਜ਼ਿਆਦਾ ਕੰਟਰੀਬਿਊਟ ਕਰਦਾ ਸੀਗਾ ਪਾਪੂਲੇਸ਼ਨ ਦੇ ਵਿੱਚ ਜੀ। ਅਸੀਂ ਘੱਟ ਪਾਪੂਲੇਸ਼ਨ ਕੰਟਰੀਬਿਊਟ ਕਰਦੇ ਸੀਗੇ। ਪਰ 1950 ਤੋਂ ਬਾਅਦ 2023 ਤੱਕ ਆਉਂਦਿਆਂ ਜਿਹੜਾ ਹੈਗਾ ਇਹ ਪਾੜਾ ਜਿਹੜਾ ਹੈਗਾ ਪਰਸੈਂਟੇਜ ਕੰਟਰੀਬਿਊਸ਼ਨ ਦਾ ਲਗਭਗ ਬਰਾਬਰ ਹੋ ਗਿਆ। ਇਸ ਵੇਲੇ ਚਾਈਨਾ ਜਿਹੜਾ ਹੈਗਾ ਤੇ ਇੰਡੀਆ ਦੋਨੋਂ ਹੀ 17.7% ਜਿਹੜਾ ਹੈਗਾ 17.7% ਦੋਨੋਂ ਹੀ ਕੰਟਰੀਬਿਊਟ ਕਰਦੇ ਪਏ ਆ ਪੂਰੀ ਦੁਨੀਆ ਦੀ ਪਾਪੂਲੇਸ਼ਨ ਦੇ ਵਿੱਚ। ਵੀ ਪੂਰੀ ਦੁਨੀਆ ਦੀ 1/3 ਪਾਪੂਲੇਸ਼ਨ ਇਹ ਦੋ ਦੇਸ਼ ਜਿਹੜੇ ਹੈਗੇ ਆ ਉਹ ਦੁਨੀਆ ਨੂੰ ਜਿਹੜੇ ਹੈਗੇ ਆ ਉਹ ਦੇ ਰਹੇ ਆ। ਪਰ ਸਾਲ ਜੇਕਰ ਅਸੀਂ 2100 ਦੀ ਗੱਲ ਕਰਦੇ ਹੈਗੇ ਆ, ਅੱਜ ਤੋਂ 6-7 ਦਹਾਕਿਆਂ ਦੇ ਬਾਅਦ ਦੀ ਪਿਕਚਰ ਦੀ ਗੱਲ ਕਰਦੇ ਆ ਵੀ ਕੀ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ, ਤਾਂ ਉਸ ਵੇਲੇ ਇਹ ਪਿਕਚਰ ਜਿਹੜੀ 1950 ਤੋਂ ਪੂਰੀ ਤਰ੍ਹਾਂ ਬਦਲ ਜਾਣੀ ਹੈ। ਜਿਵੇਂ ਆਪਣੇ 2100 ਈਸਵੀ ਦੇ ਵਿੱਚ ਅਨੁਮਾਨ ਲਗਾਏ ਜਾ ਰਹੇ ਹੈਗੇ ਆ ਵੀ ਜਿਹੜਾ ਇੰਡੀਆ ਹੈਗਾ ਇਹਦੀ ਦੁਨੀਆ ਦੇ ਵਿੱਚ ਜਿਹੜੀ ਹੈਗੀ ਹੈ ਪਾਪੂਲੇਸ਼ਨ ਦੀ ਜਿਹੜੀ ਹੈਗੀ ਆ ਪ੍ਰਤੀਸ਼ਤ ਮਾਤਰਾ ਜਿਹੜੀ ਹੈਗੀ ਹੈ ਉਹ 15% ਦੇ ਆਸ-ਪਾਸ ਹੋਏਗੀ। ਵੀ 17 ਤੋਂ ਘੱਟ ਕੇ 15 ਤੱਕ ਹੋ ਜਾਏਗੀ ਇਹ ਜ਼ਰੂਰ। ਅੱਜ ਜਿਹੜੀ 17.7% ਹੈ ਔਰ 2100 ਤੱਕ ਇਹ 15% ਤੱਕ ਪਹੁੰਚ ਜਾਏਗੀ। ਪਰ ਦੂਜੇ ਪਾਸੇ ਚਾਈਨਾ ਦੀ ਪ੍ਰਤੀਸ਼ਤ ਮਾਤਰਾ ਦੀ ਕੰਟਰੀਬਿਊਸ਼ਨ ਹੈਗੀ ਆ ਵਰਲਡ ਪਾਪੂਲੇਸ਼ਨ 'ਚ ਉਹ ਬਹੁਤ ਡਰਾਸਟਿਕਲੀ ਘਟ ਜਾਣੀ ਹੈਗੀ ਹੈ। ਉਹ ਰਹਿ ਜਾਣੀ ਹੈ ਸਾਰੀ 7.7% ਦੇ ਆਸ-ਪਾਸ। ਵੀ ਇੰਡੀਆ ਦੀ ਪਾਪੂਲੇਸ਼ਨ ਚਾਈਨਾ ਨਾਲੋਂ ਉਸ ਵੇਲੇ ਲਗਭਗ ਡਬਲ ਹੋ ਜਾਣੀ ਹੈ। ਅੱਛਾ। ਔਰ ਚਾਈਨਾ ਦੀ ਪਾਪੂਲੇਸ਼ਨ ਇੰਨੀ ਤੇਜ਼ੀ ਨਾਲ ਕਿਉਂ ਘਟ ਰਹੀ ਹੈ ਔਰ ਇੰਡੀਆ ਦੀ ਪਾਪੂਲੇਸ਼ਨ ਜਿਹੜੀ ਹੈਗੀ ਹੈ ਉਹਦੇ ਨਾਲ ਜੇਕਰ ਅਸੀਂ ਕੰਪੈਰੀਜ਼ਨ ਕਰਨਾ ਹੋਵੇ ਤੇ ਚਾਈਨਾ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਵਨ ਚਾਈਲਡ ਪਾਲਿਸੀ ਨੂੰ ਲੈ ਕੇ ਜਿਹੜਾ ਹੈਗਾ ਉਹ ਪਾਪੂਲੇਸ਼ਨ ਕੰਟਰੋਲ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਤੇ ਉਹਦੇ ਵਿੱਚ ਉਹ ਬਹੁਤ ਜ਼ਿਆਦਾ ਕਾਮਯਾਬ ਵੀ ਹੋਏ ਹੈਗੇ ਜੀ। ਵਨ ਚਾਈਲਡ ਪਾਲਿਸੀ ਦਾ ਮੇਗਾ ਜੀ ਮਤਲਬ ਇਹ ਸੀਗਾ ਵੀ ਜੇਕਰ ਵਿਆਹ ਹੁੰਦਾ ਹੈਗਾ ਹਸਬੈਂਡ ਵਾਈਫ ਤੇ ਉਹ ਦੁਨੀਆ ਦੇ ਵਿੱਚ ਸਿਰਫ ਇੱਕ ਬੱਚਾ ਜਿਹੜਾ ਹੈਗਾ ਉਹ ਲੈ ਕੇ ਆ ਸਕਦੇ ਹੈਗੇ ਆ। ਉਹਦੇ ਨਾਲ ਕੀ ਹੋਇਆ ਵੀ ਜਨਸੰਖਿਆ ਜਿਹੜੀ ਹੈਗੀ ਆ ਬਰਥ ਰੇਟ ਬਹੁਤ ਘਟ ਗਿਆ ਜੀ। ਡੈਥ ਰੇਟ ਵੀ ਹੌਲੀ ਹੌਲੀ ਘਟੇ ਹੈਗੇ ਆ। ਹੁਣ ਜਦੋਂ ਚਾਈਨਾ ਦੇ ਵਿੱਚ ਕਿਸੇ ਪਰਿਵਾਰ ਦੀ ਗੱਲ ਕਰਦੇ ਆ ਤੇ ਕਿਸੇ ਪਰਿਵਾਰ ਦੇ ਵਿੱਚ 6 ਅਡਲਟ ਨੇ ਉੱਥੇ। ਜੇ ਆਪਾਂ ਸਟੱਡੀ ਕਰੀਏ ਤਾਂ 6 ਅਡਲਟ ਕੌਣ ਹੈ? ਕੋਈ ਆਪਣੇ ਮਾਤਾ ਪਿਤਾ ਬੱਚੇ ਦੇ ਦੋ। ਇਦਾਂ ਹੀ ਉੱਥੇ ਦੇਖਿਆ ਗਿਆ ਹੈਗਾ ਵੀ ਦਾਦਾ ਦਾਦੀ ਤੇ ਇੰਡੀਆ ਦੇ ਵਿੱਚ ਵੀ ਨਾਲ ਰਹਿੰਦੇ ਹੈਗੇ ਆ ਤੇ ਚਾਈਨਾ ਦੇ ਵਿੱਚ ਵਨ ਚਾਈਲਡ ਪਾਲਿਸੀ ਹੋਣ ਕਰਕੇ ਨਾਨਾ ਨਾਨੀ ਵੀ ਬੱਚੇ ਦੇ ਜਿਹੜੇ ਹੈਗੇ ਉਸੇ ਪਰਿਵਾਰ ਦੇ ਵਿੱਚ ਹੀ ਰਹਿੰਦੇ ਆ। ਅੱਛਾ। ਵੀ ਇੱਕ ਬੱਚੇ ਦੀ ਦੇਖਭਾਲ ਕਰਨ ਵਾਸਤੇ ਆਮ ਕਰਕੇ ਮੰਮੀ ਡੈਡੀ ਦਾਦਾ ਦਾਦੀ ਨਾਨਾ ਨਾਨੀ 6 ਅਡਲਟ ਜਦੋਂ ਇੱਕ ਬੱਚੇ ਦੀ ਦੇਖਭਾਲ ਕਰਦੇ ਹੈਗੇ ਆ ਤੇ ਬੱਚੇ ਨੂੰ ਹਰ ਇੱਕ ਬੰਦੇ ਨੇ ਚੱਕੀ ਰੱਖਣਾ ਉਹਦੇ ਨਾਲ ਉਹਦੀ ਫਿਜ਼ੀਕਲ ਗਰੋਥ ਵੀ ਰੁਕ ਜਾਂਦੀ ਹੈ। ਉਹਨਾਂ ਨੂੰ ਵਨ ਚਾਈਲਡ ਪਾਲਿਸੀ ਕਰਕੇ ਡਰ ਵੀ ਰਹਿੰਦਾ ਵੀ ਸਾਡੇ ਬੱਚੇ ਨੂੰ ਸੱਟ ਨਾ ਲੱਗ ਜਾਵੇ ਕੁਝ ਅਜਨਬੀ ਹੋਰ ਨਾ ਜਾਵੇ ਅਜਨਬੀ, ਤਾਂ ਉਹ ਬੱਚੇ ਨੂੰ ਨਾ ਓਵਰ ਪ੍ਰੋਟੈਕਟਡ ਕਰਕੇ ਰੱਖਦੇ ਆ ਜਿਹਦੇ ਨਾਲ ਬੱਚਿਆਂ ਦੀ ਜਿਹੜੀ ਨੈਚੁਰਲ ਗਰੋਥ ਹੈਗੀ ਆ ਉਹਦੇ ਤੇ ਵੀ ਸਾਈਕੋਲੋਜੀਕਲ ਸਟੱਡੀਜ਼ ਕਈ ਹੋਈਆਂ ਉਹਦਾ ਅਸਰ ਪਿਆ ਹੈਗਾ। ਹੁਣ ਮੰਨ ਲਓ ਵੀ ਜੇਕਰ ਕਿਸੇ ਬੱਚੇ ਦੀ ਉਮਰ ਇਸ ਵੇਲੇ ਚਾਈਨਾ ਦੇ ਵਿੱਚ 20 ਸਾਲ ਹੈ ਜੀ ਬਟ ਨੈਚੁਰਲ ਹੈ ਵੀ ਉਹਦੇ ਮਾਂ-ਬਾਪ ਦੀ ਜਿਹੜੀ ਉਮਰ ਹੈਗੀ ਹੈ ਉਹ 40-45 ਸਾਲ ਦੇ ਆਸ-ਪਾਸ ਹੋਏਗੀ। ਹੁਣ 20 ਸਾਲ ਦੀ ਉਮਰ ਦੇ ਬੱਚੇ ਦੀ ਬਾਈ ਚਾਂਸ ਮੰਨ ਲਓ ਵੀ ਜੇਕਰ ਕੋਈ ਅਜਨਬੀ ਕੋਈ ਹੋ ਜਾਂਦੀ ਹੈ ਉਹਨੂੰ ਤੇ ਇਸ ਏਜ ਦੇ ਵਿੱਚ ਪਰਿਵਾਰ ਦੇ ਵਿੱਚ ਉਹ ਜਿਹੜਾ ਨੌਜਵਾਨ ਬੱਚਾ ਸੀਗਾ ਉਹ ਚਲੇ ਗਿਆ ਪਰਿਵਾਰ ਤੋਂ। ਹੁਣ ਇਸ ਹਾਲਾਤ ਦੇ ਵਿੱਚ ਉਹਦੇ ਮਾਂ-ਪਿਓ ਜਿਹੜੇ ਦੁਨੀਆ ਦੇ ਵਿੱਚ ਇੱਕ ਨਵਾਂ ਬੱਚਾ ਨਹੀਂ ਲਿਆ ਸਕਦੇ ਹੁਣ ਇਸ ਉਮਰ ਦੇ ਵਿੱਚ, ਦਾਦਾ ਦਾਦੀ ਨਾਨਾ ਨਾਨੀ, ਇਹ 6 ਬੰਦੇ ਜਿਹੜੇ ਹੈਗੇ ਆ ਸਾਈਕੋਲੋਜੀਕਲ ਤੌਰ ਦੇ ਉੱਤੇ ਡਿਪਰੈਸ਼ਨ ਦੇ ਵਿੱਚ ਜਾਣ ਦੇ ਸ਼ਿਕਾਰ ਹੋ ਜਾਂਦੇ ਹੈਗੇ ਆ। ਔਰ ਚਾਈਨਾ ਦੇ ਵਿੱਚ ਇਹ ਚੀਜ਼ ਨੂੰ ਲੈ ਕੇ ਜਿਹੜਾ ਹੈਗਾ ਕਾਫੀ ਸਟੱਡੀਜ਼ ਜਿਹੜੀਆਂ ਹੈਗੀਆਂ ਵਰਲਡ ਓਵਰ ਹੋ ਰਹੀਆਂ ਹੈਗੀਆਂ ਨੇ ਵੀ ਫੈਮਿਲੀ ਸਾਈਜ਼ ਕੀ ਹੋਣਾ ਚਾਹੀਦਾ ਮਿਨੀਮਮ। ਇੱਕ ਬੱਚਾ ਹੋਣਾ ਚਾਹੀਦਾ ਹੈ ਕਿ ਪਰਿਵਾਰ ਵਿੱਚ ਘੱਟੋ ਘੱਟ 2 ਬੱਚੇ ਹੋਣੇ ਚਾਹੀਦੇ ਹੈਗੇ ਆ। ਹੁਣ ਚਾਈਨਾ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਲੈ ਕੇ ਸਟੱਡੀਜ਼ ਕਰਨ ਤੋਂ ਬਾਅਦ ਪਿਛਲੇ ਕੁਝ ਸਾਲਾਂ ਦੌਰਾਨ ਉਹਨਾਂ ਨੇ ਆਪਣੀ ਵਨ ਚਾਈਲਡ ਪਾਲਿਸੀ ਪਹਿਲਾਂ ਤਾਂ ਬੜੀ ਸਖਤੀ ਨਾਲ ਲਾਗੂ ਕੀਤੀ ਸੀ। ਉਹਨਾਂ ਨੇ ਸਖਤੀ ਨਾਲ ਇਸ ਤਰ੍ਹਾਂ ਲਾਗੂ ਕੀਤੀ ਸੀਗੀ ਵੀ ਕੋਈ ਵੀ ਪਰਿਵਾਰ ਦੇ ਵਿੱਚ ਜੇਕਰ ਇੱਕ ਬੱਚਾ ਹੁੰਦਾ ਤੇ ਸਰਕਾਰੀ ਸਕੀਮਾਂ ਜਿਹੜੀਆਂ ਸਾਰੀਆਂ ਉਹਨਾਂ ਨੂੰ ਬੈਨੀਫਿਟ ਦਿੰਦੀਆਂ ਆ। ਜੇਕਰ ਉਹ ਵਨ ਚਾਈਲਡ ਪਾਲਿਸੀ ਦੇ ਉੱਤੇ ਨਹੀਂ ਸਟਿਕਟ ਕਰਦੇ ਬੱਚੇ 2 ਹੋ ਜਾਂਦੇ ਆ ਤੇ ਬੱਚੇ ਦੀ ਸਾਰੀ ਜ਼ਿੰਮੇਵਾਰੀ ਉਹ ਪੇਰੈਂਟਸ ਹੀ ਚੱਕਣਗੇ। ਸਰਕਾਰ ਵੱਲੋਂ ਜਿਹੜੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਉਹ ਨਹੀਂ ਦਿੱਤੀਆਂ ਜਾਂਦੀਆਂ ਆਮ ਕਰਕੇ। ਕਈ ਵਾਰ ਤੇ ਕਹਿੰਦੇ ਵੀ ਸੋਸ਼ਲ ਬਾਈਕਾਟ ਵੀ ਹੁੰਦਾ ਰਿਹਾ ਉੱਥੇ ਪਰਿਵਾਰਾਂ ਦਾ। ਜੀ ਆਪਣੀ ਗੱਲਬਾਤ ਇਸੇ ਤਰ੍ਹਾਂ ਕਰਦੇ ਰਵਾਂਗੇ। ਪ੍ਰੋਗਰਾਮ ਦਾ ਨਾਮ ਹੈ ਗੱਲਾਂ ਤੇ ਗੀਤ। ਗੱਲਾਂ ਦੇ ਨਾਲ ਆਓ ਦੇਖਦੇ ਹਾਂ ਤੇ ਸੁਣਦੇ ਹਾਂ ਇਹ ਗੀਤ। ਇੱਕ ਗੁੱਡੀ ਤੇ ਹਵਾ 'ਚ ਫਿਰਦੀ ਉੱਡੀ ਮੇਰੇ ਹੱਥਾਂ ਵਿੱਚ ਡੋਰ ਤੇਰੀ ਮਨ ਕਹਿਣਾ ਯਾਰ ਦਾ ਜੀ ਕਰਦਾ ਏ ਤੈਨੂੰ ਮਾਰ ਦਿਆਂ ਇੱਕ ਤੁਣਕਾ ਪਿਆਰ ਦਾ। ਜੀ ਕਰਦਾ ਏ ਤੈਨੂੰ ਮਾਰ ਦਿਆਂ ਇੱਕ ਤੁਣਕਾ ਪਿਆਰ ਦਾ। ਉਹ ਤੁਣਕਾ ਪਿਆਰ ਦਾ, ਉਹ ਤੁਣਕਾ ਪਿਆਰ ਦਾ।
ਮਤਲਬ ਜਈ ਇੱਕ ਗੁੱਡੀ ਤੇ ਹਵਾ 'ਚ ਫਿਰਦੀ ਉੱਡੀ ਮੇਰੇ ਹੱਥਾਂ ਵਿੱਚ ਡੋਰ ਤੇਰੀ ਮਨ ਕਹਿਣਾ ਯਾਰ ਦਾ ਜੀ ਕਰਦਾ ਏ ਤੈਨੂੰ ਮਾਰ ਦਿਆਂ ਇੱਕ ਤੁਣਕਾ ਪਿਆਰ ਦਾ ਜੀ ਕਰਦਾ ਏ ਤੈਨੂੰ ਮਾਰ ਦਿਆਂ ਇੱਕ ਤੁਣਕਾ ਪਿਆਰ ਦਾ ਉਹ ਤੁਣਕਾ ਪਿਆਰ ਦਾ ਉਹ ਤੁਣਕਾ ਪਿਆਰ ਦਾ ਉਹ ਤੁਣਕਾ ਪਿਆਰ ਦਾ ਉਹ ਤੁਣਕਾ ਪਿਆਰ ਦਾ कर दिए क्यों सजना कोलों डर दिए क्यों नखरे बहुते कर दिए क्यों सजना कोलों डर दिए हथ लगिया नहीं मुरझाउण लगी तन मौत ने कुड़िए आउण लगी बस 4 दिनां दा जलवाए ते हुस्न बहार दा जी करदा ए तैनू मार दिया एक तुड़का प्यार दा जी करदा ए तैनू मार दिया एक तुड़का प्यार दा तुड़का प्यार दा तुड़का प्यार दा तुड़का प्यार दा तुड़का प्यार दा। ਤੁਸੀਂ ਵੇਖ ਰਹੇ ਹੋ ਜੀ ਪ੍ਰੋਗਰਾਮ ਗੱਲਾਂ ਤੇ ਗੀਤ ਤੇ ਅਸੀਂ ਵਰਲਡ ਪੋਪੂਲੇਸ਼ਨ ਡੇ ਤੇ ਡਾਕਟਰ ਦਲਜੀਤ ਸਿੰਘ ਜੀ ਨਾਲ ਲਗਾਤਾਰ ਗੱਲਬਾਤ ਕਰ ਰਹੇ ਹਾਂ ਤੇ ਡਾਕਟਰ ਸਾਹਿਬ ਇਹ ਜਾਣਦੇ ਹਾਂ ਕਿ ਭਾਰਤ ਦੀ ਜਿਹੜੀ ਆਬਾਦੀ ਹੈ ਉਹ ਬੜੀ ਤੇਜ਼ੀ ਦੇ ਨਾਲ ਵਧ ਰਹੀ ਹੈ, ਇਹਦੇ ਕੀ ਕਾਰਨ ਹੈ? ਜਿੱਦਾਂ ਮੇਗਾ ਜੀ ਮੈਂ ਦੱਸਿਆ ਹੈਗਾ ਵੀ ਚਾਈਨਾ ਦੇ ਵਿੱਚ ਤਾਂ ਸਟ੍ਰਿਕਟ ਵਨ ਚਾਈਲਡ ਪਾਲਿਸੀ ਦੇ ਕਰਕੇ ਜਿਹੜਾ ਹੈਗਾ ਪਾਪੂਲੇਸ਼ਨ ਬੜੀ ਤੇਜ਼ੀ ਨਾਲ ਲੋਕ ਘਟਾਉਣ ਦੇ ਵਿੱਚ ਕਾਮਯਾਬ ਹੋ ਗਏ ਹੈ, ਪਰ ਉਹਨਾਂ ਨੂੰ ਵੀ ਭਾਰਤ ਦੀ ਜਿਹੜੀ ਜਨਸੰਖਿਆ ਦੀ ਨੀਤੀ ਹੈਗੀ ਆ, ਇੰਡੀਆ ਦੀ ਪਾਪੂਲੇਸ਼ਨ ਪਾਲਿਸੀ ਹੈ, ਇੰਡੀਆ ਦੇ ਵਿੱਚ ਪਾਪੂਲੇਸ਼ਨ ਦੀ ਪਾਲਿਸੀ ਹੈਗੀ ਆ, ਇਹ ਬੜੀ ਵੋਲੰਟੀਅਰ ਕਿਸਮ ਦੀ ਹੈ, ਫੋਰਸ ਨਹੀਂ ਹੈਗੀ ਜੀ। ਅਸੀਂ ਬਚਪਨ ਤੋਂ ਹੀ ਦੇਖਦੇ ਆਏ ਹਾਂ ਹਮ ਦੋ ਹਮਾਰੇ ਦੋ, ਵੀ ਆਮ ਪਰਿਵਾਰਾਂ ਦੇ ਵਿੱਚ ਜਿਹੜਾ ਹੈਗਾ 2 ਬੱਚੇ ਜਿਹੜਾ ਹੈਗਾ ਉਹਦਾ ਟ੍ਰੈਂਡ ਹੈਗਾ, ਜਿਹਦੇ ਕਰਕੇ ਸਾਡਾ ਗਰੋਥ ਰੇਟ ਜਿਹੜਾ ਹੈਗਾ ਉਹ ਚਾਈਨਾ ਦੇ ਨਾਲੋਂ ਜਨਸੰਖਿਆ ਦੇ ਨਾਲੋਂ ਜ਼ਿਆਦਾ ਰਿਹਾ ਹੈਗਾ, ਪਰ ਸਾਨੂੰ ਉਹਦੇ ਫਾਇਦੇ ਹੋਏ ਹੈਗੇ ਆ ਵੀ ਚਾਈਨਾ ਨੇ ਵੀ ਇਹ ਦੇਖਿਆ ਹੈਗਾ ਵਨ ਚਾਈਲਡ ਪਾਲਿਸੀ ਇੰਨੀ ਕਾਮਯਾਬ ਨਹੀਂ ਹੈਗੀ ਤੇ ਉਹਨਾਂ ਨੇ ਹੁਣ ਥੋੜਾ ਲਿਬਰਲ ਹੋਣਾ ਸ਼ੁਰੂ ਕਰਤਾ ਹੈਗਾ, ਉਹਨਾਂ ਨੇ 1 ਤੋਂ ਵੱਧ ਬੱਚੇ ਜਿਹੜੇ ਹੈਗੇ ਆ ਪਰਿਵਾਰਾਂ ਨੂੰ ਜਿਹੜੇ ਹੈਗਾ ਪੈਦਾ ਕਰਨ ਦੀਆਂ ਜਿਹੜੀ ਹੈਗੀਆਂ ਕਈ ਸ਼ਰਤਾਂ ਜਿਹੜੀਆਂ ਹੈਗੀਆਂ ਉਹਨਾਂ ਨੇ ਬੜੀਆਂ ਲਿਬਰਲ ਕਰਤੀਆਂ ਹੈਗੀਆਂ ਨੇ, ਉਹ ਚੇਂਜ ਕਰੇ ਪਾਪੂਲੇਸ਼ਨ ਪਾਲਿਸੀ। ਹੁਣ ਜੇ ਅਸੀਂ ਇੰਡੀਆ ਦੀ ਗੱਲ ਕਰਦੇ ਹੈਗੇ ਆ, ਭਾਰਤ ਦੇ ਵਿੱਚ ਜਿਹੜਾ ਹੈਗਾ ਜਿਹੜੀ 2 ਬੱਚੇ ਪਰਿਵਾਰ ਦੇ ਵਿੱਚ ਹੁੰਦੇ ਹੈਗੇ ਆ ਤੇ ਉਹਦੇ ਨਾਲ ਕੀ ਹੈਗਾ ਵੀ ਬਰਥ ਰੇਟ, ਡੈਥ ਰੇਟ ਤੇ ਮਾਈਗ੍ਰੇਸ਼ਨ ਜੇ 3 ਅਸੀਂ ਚੀਜ਼ਾਂ ਲੈ ਕੇ ਚੱਲਦੇ ਹੈਗੇ ਆ ਤੇ ਭਾਰਤ ਦੇ ਵਿੱਚ ਜਿਹੜਾ ਹੈਗਾ ਬਰਥ ਰੇਟ ਜਿਹੜਾ ਹੈਗਾ ਉਹ ਆਮ ਕਰਕੇ 1000 ਜਨਸੰਖਿਆ ਪਿੱਛੇ ਮੋਰ ਔਰ ਲੈਸ 20 ਬੱਚੇ ਜਿਹੜੇ ਹੈਗੇ ਆ ਦੁਨੀਆ ਦੇ ਵਿੱਚ ਪੈਦਾ ਹੁੰਦੇ ਹੈਗੇ ਆ ਤੇ ਮੌਤ ਦਰ ਜਿਹੜੀ ਹੈਗੀ ਆ ਆਪਣੇ ਭਾਰਤ ਦੇ ਵਿੱਚ ਉਹ 1000 ਜਨਸੰਖਿਆ ਪਿੱਛੇ 7 ਦੇ ਆਸ-ਪਾਸ ਮੌਤਾਂ ਹੁੰਦੀਆਂ, ਵੀ ਬੱਚੇ ਦੁਨੀਆ 'ਚ ਜ਼ਿਆਦਾ ਆ ਰਹੇ ਹੈਗੇ ਆ 20 ਦੇ ਆਸ-ਪਾਸ 1000 ਜਨਸੰਖਿਆ ਪਿੱਛੇ ਤੇ ਮੌਤਾਂ ਸਿਰਫ 7 ਹੋ ਰਹੀਆਂ ਹੈਗੀਆਂ ਨੇ, ਜਿਹਦੇ ਕਰਕੇ ਬਰਥ ਰੇਟ ਵਧਿਆ ਹੈ ਤੇ ਡੈਥ ਰੇਟ ਘਟਣ ਕਰਕੇ ਜਿਹੜਾ ਹੈਗਾ ਸਾਡੀ ਪਾਪੂਲੇਸ਼ਨ ਜਿਹੜੀ ਹੈਗੀ ਹੈ ਇਹ ਤੇਜ਼ੀ ਦੇ ਨਾਲ ਵਧੀ ਹੈਗੀ ਹੈ ਪਿਛਲੇ ਕਈ ਡੈਕੇਡਸ ਤੋਂ, ਪਰ ਸਾਨੂੰ ਇਹਦਾ ਫਾਇਦਾ ਵੀ ਹੋਇਆ ਹੈਗਾ। ਫਾਇਦਾ ਇਹ ਹੋਇਆ ਵੀ ਚਾਈਨਾ ਦੇ ਵਿੱਚ ਤਾਂ ਵਨ ਚਾਈਲਡ ਪਾਲਿਸੀ ਕਰਕੇ ਜਿਹੜਾ ਹੈਗਾ ਬੱਚਿਆਂ ਦੀ ਗਿਣਤੀ ਉੱਥੇ ਬਹੁਤ ਘਟ ਗਈ ਤੇ ਬਜ਼ੁਰਗ ਜਿਹੜੇ ਹੈਗੇ ਉਹਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈਗੀ ਹੈ, ਵੀ ਆਉਣ ਵਾਲੇ ਸਮੇਂ ਦੇ ਵਿੱਚ ਚਾਈਨਾ ਨੂੰ ਇਹ ਕੰਟਰੀ ਆਫ ਓਲਡ ਪੀਪਲ ਜਿਹੜਾ ਹੈਗਾ ਉਹ ਕਿਹਾ ਜਾਇਆ ਕਰੂਗਾ, ਪਰ ਸਾਡਾ ਦੇਸ਼ ਜਿਹੜਾ ਹੈਗਾ ਦੁਨੀਆ ਦੇ ਵਿੱਚ ਇੱਕ ਮਿਸਾਲ ਹੈ ਜਿੱਥੇ ਯੂਥ ਜਿਹੜੀ ਹੈਗੀ ਉਹ ਸਭ ਤੋਂ ਜ਼ਿਆਦਾ ਹੈਗੀ ਹੈ, ਜੀ ਸਾਡੀ ਲਗਭਗ ਅੱਧੀ ਜਨਸੰਖਿਆ ਜਿਹੜੀ ਹੈਗੀ ਹੈ ਉਹ 15 ਸਾਲ ਤੋਂ 50 ਸਾਲ ਦੀ ਏਜ ਦੇ ਆਸ-ਪਾਸ ਹੈ। ਜੇਕਰ ਇਹ ਯੂਥ ਇਹ ਜਵਾਨ ਜਨਸੰਖਿਆ ਜਿਹੜੀ ਕਿ ਕੰਮਕਾਰ ਕਰ ਸਕਦੀ ਹੈ, ਇਹਨੂੰ ਅਸੀਂ ਪੂਰੀ ਨਿਪੁੰਨਤਾ ਦੇ ਦਈਏ, ਅੱਛੇ ਪੜ੍ਹਾਈ ਦੇ ਮੌਕੇ ਦੇ ਦਈਏ, ਇਹਨਾਂ ਨੂੰ ਅੱਛਾ ਰੁਜ਼ਗਾਰ ਜਿਹੜਾ ਹੈਗਾ ਪ੍ਰੋਵਾਈਡ ਕਰ ਦਈਏ ਤੇ ਇੰਡੀਆ ਜਿਹੜਾ ਹੈਗਾ ਪੂਰੀ ਦੁਨੀਆ ਦੇ ਵਿੱਚ ਜਿਹੜਾ ਹੈਗਾ ਬੜੀ ਤੇਜ਼ੀ ਦੇ ਨਾਲ ਆਰਥਿਕ ਤਰੱਕੀ ਕਰਕੇ ਵਰਲਡ ਪਾਵਰ ਬਣ ਸਕਦਾ ਹੈ। ਅਸੀਂ ਦੇਖਿਆ ਪਿਛਲੇ ਕੁਝ ਡੈਕੇਡ ਦੇ ਦੌਰਾਨ ਵੀ ਚਾਈਨਾ ਭਾਵੇਂ ਦੁਨੀਆ ਦੀ ਨੰਬਰ 2 ਇਕਨੋਮੀ ਹੈ USA ਤੋਂ ਬਾਅਦ ਤੇ ਭਾਰਤ ਪਹਿਲਾਂ ਜਿਹੜਾ ਹੈਗਾ ਪਿੱਛੇ ਹੁੰਦਾ ਸੀਗਾ, ਅੱਜ ਅਸੀਂ 5ਵੇਂ ਸਥਾਨ ਤੇ ਆ ਗਏ ਹੈਗੇ ਆ ਦੁਨੀਆ ਦੀ ਅਰਥ ਵਿਵਸਥਾ ਦੇ ਵਿੱਚ ਗਰੋਥ ਨੂੰ ਲੈ ਕੇ, ਤੇ ਉਹ ਦਿਨ ਦੂਰ ਨਹੀਂ ਗਾ ਵੀ ਅਸੀਂ 5ਵੇਂ ਸਥਾਨ ਤੋਂ ਵੀ ਜਿਹੜਾ ਹੈਗਾ 4ਥੇ ਸਥਾਨ ਤੇ ਉੱਪਰ ਜਾਵਾਂਗੇ, ਪਰ ਦੂਜੇ ਪਾਸੇ ਚਾਈਨਾ ਜਿਹੜਾ ਹੈਗਾ ਉਹਦੇ ਗਰੋਥ ਰੇਟ ਲਗਾਤਾਰ ਸਲੋ ਡਾਊਨ ਹੋ ਰਹੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ
ਜਿਹੜੇ ਬਜ਼ੁਰਗ ਪਾਪੂਲੇਸ਼ਨ ਜਿਹੜੀ ਹੈਗੀ ਜਿਹੜੀ ਜਦ ਤੇਜ਼ੀ ਨਾਲ ਵੱਧ ਰਹੀ ਹੈ ਉੱਥੇ ਉਹਦਾ ਬਹੁਤ ਜ਼ਿਆਦਾ ਉਹਨਾਂ ਨੂੰ ਸਾਹਮਣਾ ਕਰਨਾ ਪਵੇਗਾ। ਤੇ ਡਾਕਟਰ ਸਾਹਿਬ ਜਿਸ ਤਰ੍ਹਾਂ ਅਸੀਂ ਗੱਲ ਕਰੀਏ ਜੇ ਸਲਮ ਏਰੀਆਸ ਦੀ, ਸਲਮ ਏਰੀਆਸ ਦੇ ਵਿੱਚ ਜਿਹੜੀ ਜਨਸੰਖਿਆ ਹੈ ਉਹ ਤੇਜ਼ੀ ਦੇ ਨਾਲ ਵੱਧ ਰਹੀ ਹੈ, ਇਹਦੇ ਕੀ ਕਾਰਨ ਨੇ? ਕੀ ਇਹਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਕੁਝ ਅੰਧ ਵਿਸ਼ਵਾਸ ਨੇ ਕਿ ਪਹਿਲਾਂ ਤਾਂ ਇਹ ਕਿ ਬੱਚੇ ਕੁਦਰਤ ਦੀ ਦੇਣ ਹੈ, दूसरा ये मानसिकता कि जिन्ने ज़्यादा बच्चे होंगे उन्ने ज़्यादा काम करने वाले हथ होंगे, ऐसी सोच ऐसी मानसिकता कारण हो सकती है लगातार आबादी दे विच वाधे दा, जे मैं स्लम एरियास की गल करा। हाँ जी मेगा जी तुसी बिल्कुल ठीक कहा हैगा। दुनिया का सब तो वड्डा स्लम जिहड़ा हैगा वो मुंबई दे विच धारवी ਅਸੀਂ ਸਾਰੇ ਜਾਣਦੇ ਹੀ ਹੈ ਉਹ ਬੰਬੇ ਸ਼ਹਿਰ ਦੇ ਬਿਲਕੁਲ ਵਿਚਕਾਰ ਜਿਹੜਾ ਹੈਗਾ ਸਥਿਤ ਹੈ। ਜੇਕਰ ਤੁਸੀਂ ਉੱਥੇ ਜਾਓ ਤੇ ਝੁੱਗੀ ਝੌਂਪੜੀਆਂ ਜਿਹੜੀਆਂ ਹੈਗੀਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਿਲਦੀਆਂ, ਬਹੁਤ ਭੀੜੀਆਂ ਗਲੀਆਂ ਨੇ, ਓਪਨ ਨਾਲੀਆਂ ਚੱਲ ਰਹੀਆਂ ਨੇ, ਹਵਾ ਦਾ ਪ੍ਰਦੂਸ਼ਣ, ਗੰਦਾ ਪਾਣੀ ਜਿਹੜਾ ਹੈਗਾ ਮਿਲਦਾ ਹੈ। ਹੁਣ ਇਹਨਾਂ ਖੇਤਰਾਂ ਦੇ ਵਿੱਚ ਤੁਸੀਂ ਬਿਲਕੁਲ ਠੀਕ ਹੈ ਬਈ ਜਿਹੜੀ ਪੜ੍ਹਾਈ ਲਿਖਾਈ ਘੱਟ ਹੁੰਦੀ ਹੈਗੀ ਆ, ਅਨਪੜ੍ਹਤਾ ਜ਼ਿਆਦਾ ਹੁੰਦੀ ਹੈ, ਰੂੜੀਵਾਦੀ ਵਿਚਾਰ ਹੁੰਦੇ ਹੈਗੇ ਆ, ਤੇ ਜਨਸੰਖਿਆ ਜਿਹੜੀ ਹੈ ਬੜੀ ਤੇਜ਼ੀ ਨਾਲ ਵੱਧਦੀ ਹੈਗੀ ਹੈ। ਹੁਣ ਇੰਡੀਆ ਦੇ ਵਿੱਚ ਜਿਹੜਾ ਹੈਗਾ ਸਲਮਸ ਦੇ ਨਾਲ ਕੁਛ ਕਿਹੜੇ ਨਾ ਬਿਮਾਰੂ ਸਟੇਟਸ ਅਸੀਂ ਕੁਛ ਕਹਿੰਦੇ ਹੈਗੀਆਂ, ਬੈਕਵਰਡ ਸਟੇਟਸ ਹੈਗੀਆਂ ਨੇ, ਜਿਵੇਂ ਆਪਣੇ ਉਹਦੇ ਵਿੱਚ ਝਾਰਖੰਡ ਹੈ, ਛੱਤੀਸਗੜ੍ਹ ਹੈ, ਯੂਪੀ ਦੇ ਏਰੀਆਜ਼ ਨੇ, ਰਾਜਸਥਾਨ ਦੇ ਏਰੀਆਜ਼ ਨੇ, ਇਹਨਾਂ ਦੇ ਵਿੱਚ ਵੀ ਜਿਹੜੀ ਸਾਖਰਤਾ ਦੀ ਦਰ ਹੈਗੀ ਆ ਬਹੁਤ ਘੱਟ ਹੈਗੀ ਹੈ, ਤੇ ਉਹਦੇ ਰਿਜ਼ਲਟ ਕਰਕੇ ਪਾਪੂਲੇਸ਼ਨ ਜਿਹੜੀ ਹੈਗੀ ਇਹਨਾਂ ਦੀ ਜ਼ਿਆਦਾ ਹੈਗੀ ਹੈ। ਕੱਲੇ ਯੂਪੀ ਦੇ ਵਿੱਚ ਜਿਹੜਾ ਹੈਗਾ ਹੈ ਉਹ ਪਾਕਿਸਤਾਨ ਤੋਂ ਵੀ ਜ਼ਿਆਦਾ ਜਨਸੰਖਿਆ ਜਿਹੜੀ ਹੈਗੀ ਆ ਉਹ ਰਹਿ ਰਹੀ ਹੈਗੀ ਹੈ, ਇੰਨੀ ਜ਼ਿਆਦਾ ਜਨਸੰਖਿਆ ਹੈਗੀ ਉੱਥੇ। ਕਾਰਨ ਜਿਹੜਾ ਹੈਗਾ ਇਹੋ ਹੀ ਹੈ ਵੀ ਅਨਪੜ੍ਹਤਾ ਹੈਗੀ ਹੈ, ਲੋਕਾਂ ਨੂੰ ਛੋਟੇ ਪਰਿਵਾਰਾਂ ਦੇ ਕੀ ਲਾਭ ਹੁੰਦੇ ਹੈਗੇ ਆ ਉਹ ਨਹੀਂ ਪਤਾ। ਲੋਕੀ ਇਹ ਸੋਚਦੇ ਹੈਗੇ ਆ ਵੀ ਜਿੰਨੇ ਪਰਿਵਾਰ ਦੇ ਮੈਂਬਰ ਜ਼ਿਆਦਾ ਹੋਣਗੇ ਉਨੇ ਹੀ ਹੱਥ ਕੰਮ ਕਰਨ ਵਾਲੇ ਹੋਣਗੇ ਤੇ ਸਾਡੀ ਸ਼ਾਇਦ ਗਰੀਬੀ ਇਹਦੇ ਨਾਲ ਦੂਰ ਹੋ ਜਾਵੇ, ਪਰ ਅਜਿਹਾ ਨਹੀਂ ਹੁੰਦਾ। ਅਸੀਂ ਜਿਹੜਾ ਹੈਗਾ ਛੋਟਾ ਪਰਿਵਾਰ, ਸੁਖੀ ਪਰਿਵਾਰ ਹਮੇਸ਼ਾ ਕਹਿੰਦੇ ਹੈਗੇ ਆ। ਦੂਸਰੇ ਪਾਸੇ ਜਿਹੜਾ ਹੈਗਾ ਕੇਰਲਾ ਦੀ ਗੱਲ ਕਰਦੇ ਹਾਂ ਆਪਾਂ, ਕੇਰਲਾ ਦੇ ਵਿੱਚ ਲਿਟਰੇਸੀ ਰੇਟ ਜਿਹੜਾ ਹੈਗਾ ਬਹੁਤ ਜ਼ਿਆਦਾ ਹੈ, ਤੇ ਇੰਡੀਆ ਦੇ ਵਿੱਚ ਪਾਪੂਲੇਸ਼ਨ ਗਰੋਥ ਰੇਟ ਵੀ ਕੇਰਲਾ ਦਾ ਇਸੇ ਕਰਕੇ ਸਭ ਤੋਂ ਘੱਟ ਹੈ ਵੀ ਉਹ ਇੱਕ ਮਾਡਲ ਸਟੇਟ ਦੇ ਤੌਰ ਤੇ ਅਸੀਂ ਲੈ ਕੇ ਜਾ ਸਕਦੇ ਹੈਗੇ ਆ। ਪੰਜਾਬ ਦੀ ਆਪਾਂ ਮੇਗਾ ਜੀ ਜੇਕਰ ਗੱਲ ਕਰਦੇ ਹੈਗੇ ਆ ਤੇ ਪੰਜਾਬ ਦੇ ਪਾਪੂਲੇਸ਼ਨ ਦੇ ਗਰੋਥ ਰੇਟ ਜਿਹੜੇ ਹੈਗੇ ਆ ਇੰਡੀਆ ਦੇ ਐਵਰੇਜ ਗਰੋਥ ਰੇਟ ਦੇ ਨਾਲੋਂ ਘੱਟ ਹੈ ਜੀ। ਵੀ ਜੇਕਰ ਇੰਡੀਆ ਦੀ ਗਰੋਥ ਆਫ ਪਾਪੂਲੇਸ਼ਨ ਪਰ ਐਨਮ ਲਗਭਗ 2% ਦੇ ਆਸ-ਪਾਸ ਜਿਹੜੀ ਹੈਗੀ ਆ ਵੱਧਦੀ ਪਈ ਹੈਗੀ ਆ, ਤੇ ਪੰਜਾਬ ਦੇ ਵਿੱਚ ਇਹ ਫਿਗਰ 2% ਤੋਂ ਘੱਟ ਹੈਗੀ ਹੈ ਜੀ। ਪਰ ਪੰਜਾਬ ਦੇ ਵਿੱਚ ਜਿਹੜੀ ਇੱਕ ਇਨ ਮਾਈਗ੍ਰੇਸ਼ਨ ਦਾ ਟ੍ਰੈਂਡ ਜਿਹੜਾ ਹੈਗਾ ਪਿਛਲੇ ਕੁਝ ਡੈਕੇਡਸ ਤੋਂ ਹਰੀ ਕ੍ਰਾਂਤੀ ਤੋਂ ਬਾਅਦ ਦੇਖਣ ਚ ਆ ਰਿਹਾ ਹੈਗਾ। ਯੂਪੀ ਬਿਹਾਰ ਜਿੱਥੇ ਜਨਸੰਖਿਆ ਜ਼ਿਆਦਾ ਹੈ ਉਹਨਾਂ ਖੇਤਰਾਂ ਦੇ ਲੋਕ ਜਿਹੜੇ ਹੈਗੇ ਆ ਪੰਜਾਬ ਦੇ ਵਿੱਚ ਖੇਤੀਬਾੜੀ ਸੈਕਟਰ ਤੇ ਦੂਜੀ ਜਗ੍ਹਾ ਦੇ ਉੱਤੇ ਮਜ਼ਦੂਰੀ ਪ੍ਰੋਵਾਈਡ ਕਰਨ ਜਿਹੜੇ ਹੈਗੇ ਉਹ ਆਉਂਦੇ ਆ, ਜਿਹਦੇ ਕਰਕੇ ਪੰਜਾਬ ਦੀ ਓਵਰਆਲ ਜਨਸੰਖਿਆ ਵੱਧਦੀ ਪਈ ਹੈਗੀ ਹੈ। ਇੱਕ ਦੂਸਰਾ ਟ੍ਰੈਂਡ ਜਿਹੜਾ ਹੈਗਾ ਦੁਨੀਆ ਦੇ ਵਿੱਚ ਕੁਝ ਕੁ ਦੇਸ਼ ਇੱਦਾਂ ਦੇ ਵੀ ਹੈ ਜਿੱਥੇ ਜਨਸੰਖਿਆ ਜਿਹੜੀ ਹੈਗੀ ਹੈ ਉਹ ਵਧਣ ਦੀ ਪ੍ਰੋਬਲਮ ਨਹੀਂ, ਜਨਸੰਖਿਆ ਘਟਣ ਦੀ ਇੱਕ ਵੱਡੀ ਪ੍ਰੋਬਲਮ ਹੈ। ਜਿਵੇਂ ਅਸੀਂ ਦੇਖਦੇ ਹਾਂ ਉੱਤਰੀ ਯੂਰਪ ਦੇ ਦੇਸ਼ ਹੈ, ਨਾਰਵੇ ਹੈ, ਸਵੀਡਨ ਹੈ, ਫਿਨਲੈਂਡ ਹੈ, ਈਸਟ ਯੂਰੋਪੀਅਨ ਕੰਟਰੀ ਹੈ, ਕੈਨੇਡਾ ਹੈ, ਆਸਟ੍ਰੇਲੀਆ ਹੈ, ਇਹਨਾਂ ਖੇਤਰਾਂ ਦੇ ਵਿੱਚ ਜਨਸੰਖਿਆ ਦੇ ਵਧਣ ਦੀ ਦਰ ਇੰਨੀ ਘੱਟ ਹੈਗੀ ਹੈ ਵੀ ਇੱਥੇ ਸਾਨੂੰ ਕੰਮ ਕਰਨ ਵਾਸਤੇ ਜਵਾਨ ਲੋਕ ਹੀ ਨਹੀਂ ਮਿਲਦੇ। ਇਸ ਲਈ ਪੰਜਾਬ ਤੋਂ ਟ੍ਰੈਂਡ ਜਿਹੜਾ ਹੈਗਾ ਪੰਜਾਬ ਦੇ ਵਿੱਚ ਕੀ ਆ ਵੀ ਪੂਰੇ ਇੰਡੀਆ ਦੇ ਵਿੱਚ ਅਸੀਂ ਦੇਖਦੇ ਹੈਗੇ ਆ ਵੀ ਇੰਪਲੋਇਮੈਂਟ ਪ੍ਰੋਸਪੈਕਟਸ ਅੱਛੇ ਨਹੀਂ ਹੈਗੇ ਜੀ। ਬੇਰੋਜ਼ਗਾਰੀ ਹੈ, ਬੇਰੋਜ਼ਗਾਰੀ ਕਾਰਨ ਰੋਜ਼ਗਾਰ ਲਈ ਜਿਹੜੇ ਬੱਚੇ ਹੈ ਉਹ ਬਾਹਰਲੀਆਂ ਜਿਹੜੇ ਦੇਸ਼ ਹੈ ਉਹਦਾ ਰੁਖ ਕਰ ਰਹੇ ਨੇ। ਕਿ ਇਸ ਚੀਜ਼ ਦਾ ਵੀ ਜਨਸੰਖਿਆ ਤੇ ਅਸਰ ਪੈ ਰਿਹਾ? ਬਿਲਕੁਲ ਜੀ। ਹੁਣ ਜਨਸੰਖਿਆ ਦੇ ਉੱਤੇ ਸਿੱਧਾ ਅਸਰ ਜਿਹੜਾ ਹੈਗਾ ਤਿੰਨ ਚੀਜ਼ਾਂ ਦਾ ਪੈਂਦਾ ਹੈਗਾ। ਆਪਾਂ ਦੋ ਚੀਜ਼ਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ, ਬਰਥ ਰੇਟ ਤੇ ਡੈਥ ਰੇਟ। ਜੇਕਰ ਬਰਥ ਰੇਟ ਜ਼ਿਆਦਾ ਹੋਏਗਾ, ਡੈਥ ਰੇਟ ਘੱਟ ਹੋਏਗਾ, ਜਨਸੰਖਿਆ ਵਧੇਗੀ। ਇਦਾਂ ਜਦੋਂ ਅਸੀਂ ਪ੍ਰਵਾਸ ਦੀ ਗੱਲ ਕਰਦੇ ਹਾਂ, ਮਾਈਗ੍ਰੇਸ਼ਨ ਦੀ, ਜੇਕਰ ਕਿਸੇ ਖਿੱਤੇ ਦੇ ਵਿੱਚ ਇਨ ਮਾਈਗ੍ਰੇਸ਼ਨ ਜ਼ਿਆਦਾ ਹੈ ਤਾਂ ਉੱਥੇ ਜਨਸੰਖਿਆ ਵਧੇਗੀ, ਤੇ ਜੇਕਰ ਕਿਸੇ ਖਿੱਤੇ ਦੇ ਲੋਕ ਬਾਹਰ ਜਾ ਕੇ ਵਸ ਰਹੇ ਹੈਗੇ ਆ ਤੇ ਉਸ ਖਿੱਤੇ ਦੀ ਜਨਸੰਖਿਆ ਨੂੰ ਉਹ ਜਿਹੜਾ ਹੈਗਾ ਜਿੱਥੇ ਜਾ ਰਹੇ ਆ ਉੱਥੇ ਦੀ ਵਧਾ ਦੇਣਗੇ ਜਨਸੰਖਿਆ, ਤੇ ਜਿੱਥੋਂ ਜਾ ਰਹੇ ਆ ਉੱਥੇ ਉਹ ਘਟ ਜਾਵੇਗੀ। ਪੰਜਾਬ ਦੇ ਵਿੱਚ ਪਿਛਲੇ ਕੁਝ ਡੈਕੇਡਸ ਦੇ ਵਿੱਚ ਜਿਹੜਾ ਹੈਗਾ ਬੇਰੁਜ਼ਗਾਰੀ ਕਾਰਨ ਜਾਂ ਆਪਣੇ ਸਟੈਂਡਰਡ ਆਫ ਲਿਵਿੰਗ ਨੂੰ ਵਧਾਉਣ ਦੇ ਲਈ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਜਿਹੜੇ ਹੈਗੇ ਆ ਪੰਜਾਬ ਨੂੰ ਛੱਡ ਕੇ ਜਿਹੜਾ ਹੈਗਾ ਉਹ ਕੈਨੇਡਾ, ਯੂਰਪ ਦੇ ਦੂਸਰੇ ਦੇਸ਼ਾਂ 'ਚ, ਮਿਡਲ ਈਸਟ ਕੰਟਰੀਜ਼ ਦੇ ਵਿੱਚ ਜਿਹੜਾ ਹੈਗਾ ਉਹ ਬਹੁਤ ਵਸ ਗਏ ਹੈਗੇ ਆ। ਹੁਣ ਉਹਦੇ ਕਰਕੇ ਕੀ ਹੈ ਪੰਜਾਬ ਦੇ ਵਿੱਚ ਪਿੰਡਾਂ ਦੇ ਪਿੰਡ ਜਿਹੜੇ ਹੈਗੇ ਉਹ ਖਾਲੀ ਹੋ ਗਏ ਆ। ਜੇਕਰ ਤੁਸੀਂ ਪੰਜਾਬ ਦੇ ਦੁਆਬੇ ਏਰੀਆ 'ਚ ਪਹਿਲਾਂ ਤੱਕ ਤਾਂ ਇਸ ਪ੍ਰੋਬਲਮ ਸੀਗੀ, ਹੁਣ ਲਗਭਗ ਪੂਰੇ ਪੰਜਾਬ 'ਚ ਹੈਗੀ ਆ। ਜੇ ਤੁਸੀਂ ਪਿੰਡਾਂ ਵਿੱਚ ਜਾਓ ਤੇ ਅੱਧੇ ਤੋਂ ਜ਼ਿਆਦਾ ਘਰ ਤੁਹਾਨੂੰ ਜਿਹੜੇ ਹੈਗੇ ਆ ਪਿੰਡਾਂ ਦੇ ਵਿੱਚ ਉਹ ਲੋਕਡ ਮਿਲਦੇ ਹੈਗੇ ਆ, ਜਾਂ ਉਹਨਾਂ ਘਰਾਂ ਦੇ ਵਿੱਚ ਸਿਰਫ ਬਾਪੂ ਤੇ ਬੇਬੇ ਜਿਹੜੇ ਆ ਓਲਡ ਪੀਪਲ ਜਿਹੜੇ ਹੈਗੇ ਉਹ ਰਹਿ ਰਹੇ ਹੈਗੇ ਆ। ਇਹ ਵੀ ਇੱਕ ਜਿਹੜਾ ਹੈਗਾ ਟ੍ਰੈਂਡ ਜਿਹੜਾ ਹੈਗਾ ਉਹ ਖਤਰਨਾਕ ਹੈਗਾ। ਆਉਣ ਵਾਲੇ ਸਮੇਂ ਦੇ ਵਿੱਚ ਸਕੂਲਾਂ ਕਾਲਜਾਂ ਦੀ ਅਸੀਂ ਗੱਲ ਕਰਦੇ ਹੈਗੇ ਆ, ਤੇ ਸਕੂਲਾਂ ਕਾਲਜਾਂ ਦੇ ਵਿੱਚ ਜਿਹੜੇ ਹੈਗੇ ਪੜ੍ਹਨਯੋਗ ਬੱਚੇ ਜਿਹੜੇ ਹੈਗੇ ਆ, ਹੁਣ ਜੇਕਰ ਇਹ ਨੌਜਵਾਨ ਬੱਚੇ ਬਾਹਰ ਚਲੇ ਗਏ ਆ, ਇਹ ਬਾਹਰ ਹੀ ਜਿਹੜੇ ਹੈਗੇ ਆ ਪਰਮਾਨੈਂਟ
ਪਰਮਾਨੈਂਟ ਜਿਹੜੇ ਹੈਗੇ ਆ PR ਲੈ ਕੇ ਵਾਸੀ ਹੋ ਜਾਂਦੇ ਹੈਗੇ ਆ। ਤੇ ਸਾਡੇ ਜਿਹੜਾ ਹੈਗਾ ਹੁਣ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਜਨਸੰਖਿਆ ਦੀ ਕਮੀ ਹੋ ਜਾਂਦੀ ਹੈ। ਸਕੂਲਾਂ ਦੇ ਵਿੱਚ ਜਿਹੜੇ ਵਿਦਿਆਰਥੀਆਂ ਦੀ ਕਮੀ ਹੋ ਜਾਵੇਗੀ, ਕਾਲਜਾਂ ਦੇ ਵਿੱਚ ਵਿਦਿਆਰਥੀਆਂ ਦੀ ਕਮੀ ਆਲਰੇਡੀ ਅਸੀਂ ਜਿਹੜੇ ਐਕਸਪੀਰੀਅੰਸ ਕਰਦੇ ਪਏ ਹੈਗੇ ਆ ਜੀ। ਹੁਣ ਇਹ ਵੀ ਜਿਹੜਾ ਹੈਗਾ ਜਨਸੰਖਿਆ ਦਾ ਇੱਕ ਜਿਹੜਾ ਹੈਗਾ ਤਬਦੀਲੀ ਦਾ ਜਿਹੜਾ ਹੈਗਾ ਇੱਕ ਟ੍ਰੈਂਡ ਹੈਗਾ ਪੰਜਾਬ ਦੇ ਵਿੱਚ ਦੇਖਣ ਕਰਕੇ ਹੋ ਰਿਹਾ ਜਿਹੜਾ ਇਹ। ਤੇ ਲਗਾਤਾਰ ਇਹ ਤੇਜ਼ੀ ਨਾਲ ਵੱਧਦੀ ਜਨਸੰਖਿਆ ਕੀ ਅਸਰ ਪਾ ਰਹੀ ਹੈ ਤੇ ਆਉਣ ਵਾਲੇ ਸਮੇਂ ਤੇ ਕੀ ਅਸਰ ਪਾ ਸਕਦੀ ਹੈ? ਹੁਣ ਜਿਹੜੀ ਜਨਸੰਖਿਆ ਦੀ ਤਬਦੀਲੀ ਜਿਹੜੀ ਹੋ ਰਹੀ ਹੈਗੀ ਹੈ, ਇਹਦਾ ਅਸਰ ਜਿਹੜਾ ਹੈਗਾ ਉਹ ਅਸੀਂ ਦੋ ਤਰ੍ਹਾਂ ਦੇ ਨਾਲ, ਦੋ ਸਿਚੁਏਸ਼ਨ 'ਚ ਲੈ ਕੇ ਜਿਹੜਾ ਹੈਗਾ ਪੜ੍ਹ ਸਕਦੇ ਹਾਂ ਜੀ। ਇੱਕ ਤਾਂ ਇਹ ਆ ਵੀ ਦੁਨੀਆ ਦੇ ਉਹ ਖੇਤਰ ਜਿੱਥੇ ਜਨਸੰਖਿਆ ਤੇਜ਼ੀ ਨਾਲ ਵੱਧ ਰਹੀ ਹੈ, ਤੇ ਇੱਕ ਉਹ ਖੇਤਰ ਜਿੱਥੇ ਜਨਸੰਖਿਆ ਘਟ ਰਹੀ ਹੈਗੀ ਜੀ ਜੀ। ਹੁਣ ਇੰਡੀਆ ਜਿਹੜਾ ਹੈਗਾ ਜਾਂ ਚਾਈਨਾ ਜਿਹੜਾ ਹੈਗਾ ਜਾਂ ਮੈਂ ਅਫਰੀਕਾ ਦੀ ਗੱਲ ਕੀਤੀ ਹੈ ਜਿੱਥੇ ਵੀ ਜਨਸੰਖਿਆ ਵਿਸਫੋਟ ਆਉਣ ਵਾਲੇ ਡੈਕੇਡਸ ਵਿੱਚ ਹੋਣ ਜਾ ਰਿਹਾ ਹੈਗਾ, ਇਹਨਾਂ ਖੇਤਰਾਂ ਦੇ ਵਿੱਚ ਜਨਸੰਖਿਆ ਵਧਣ ਦੇ ਕਾਰਨ ਜਿਹੜੇ ਆ ਬਹੁਤ ਜ਼ਿਆਦਾ ਪ੍ਰਭਾਵ ਪੈਣੇ ਆ। ਸਭ ਤੋਂ ਪਹਿਲਾ ਪ੍ਰਭਾਵ ਤੇ ਇਹਨਾਂ ਦੇਸ਼ਾਂ ਦੇ ਜਿਹੜੇ ਕੁਦਰਤੀ ਸਾਧਨ ਹੈ, ਉਹਦੇ ਵਿੱਚ ਪਾਣੀ ਹੈ, ਉਹਦੇ ਵਿੱਚ ਖਣਿਜ ਪਦਾਰਥ ਨੇ, ਉਹਦੇ ਵਿੱਚ ਸਵੱਛ ਹਵਾ ਹੈ, ਉਹਦੇ ਵਿੱਚ ਖੇਤੀਬਾੜੀ ਤੋਂ ਆਉਣ ਵਾਲਾ ਜਿਹੜਾ ਫੂਡ ਜਿਹੜਾ ਹੈਗਾ ਉਹ ਹੈ, ਉਹਦੇ ਤੇ ਪ੍ਰੈਸ਼ਰ ਜਿਹੜਾ ਹੈਗਾ ਬਹੁਤ ਪਵੇਗਾ। ਰੋਟੀ ਕੱਪੜਾ ਮਕਾਨ ਆਦਮੀ ਦੀਆਂ ਬੁਨਿਆਦੀ ਜ਼ਰੂਰਤਾਂ ਹੈਗੀਆਂ ਨੇ, ਤੇ ਇਹ ਰੋਟੀ ਕੱਪੜਾ ਮਕਾਨ ਦੀਆਂ ਬਹੁਤੀਆਂ ਜ਼ਰੂਰਤਾਂ ਅਸੀਂ ਆਪਣੇ ਕੁਦਰਤੀ ਸਾਧਨਾਂ ਤੋਂ ਪੂਰੀਆਂ ਕਰਦੇ ਹੈਗੇ ਆ। ਅਸੀਂ ਦੇਖਦੇ ਹਾਂ ਵੀ ਪੈਟਰੋਲ ਤੇ ਡੀਜ਼ਲ ਆ, ਜਿਵੇਂ ਹੁਣ ਵਾਹਨਾਂ ਦੀ ਗਿਣਤੀ, ਜਨਸੰਖਿਆ ਇੰਨੀ ਵੱਧ ਗਈ ਹੈਗੀ ਹੈ ਆਪਣੇ ਇੰਡੀਆ ਦੇ ਬਹੁਤ ਸਾਰੇ ਖੇਤਰਾਂ ਦੇ ਵਿੱਚ, ਵਰਲਡ ਓਵਰ ਵੀ ਵਾਹਨ ਇੰਨੇ ਹੋ ਗਏ, ਪੈਟਰੋਲ ਦੀ ਕੰਜ਼ੰਪਸ਼ਨ ਵੱਧ ਗਈ ਹੈ ਤੇ ਇੱਕ ਅੰਦੇਸ਼ਾ ਜਤਾਇਆ ਜਾ ਰਿਹਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੈਟਰੋਲ ਖਤਮ ਹੋ ਜਾਣਾ। ਹੁਣ ਜਿਹੜੇ ਹਾਊਸਿਸ ਦੇ ਇਮਾਰਤਾਂ ਅਸੀਂ ਦੇਖਦੇ ਹੈਗੇ ਆ ਕਿ ਲੋਕਾਂ ਦੇ ਮਕਾਨ ਛੋਟੇ ਹੁੰਦੇ ਜਾ ਰਹੇ ਆ। ਠੀਕ ਹੈ, ਪਿੰਡਾਂ ਦੇ ਵਿੱਚ ਜਿਹੜੀ ਖੇਤੀਬਾੜੀ ਭੂਮੀ ਸੀਗੀ ਉੱਥੇ, ਜਾਂ ਸ਼ਹਿਰਾਂ ਦੀ ਜਿਹੜੀ ਖੇਤੀਬਾੜੀ ਭੂਮੀ ਸੀਗੀ ਆਲੇ ਦੁਆਲੇ ਸ਼ਹਿਰ ਦੇ, ਉੱਥੇ ਨਵੇਂ ਮਕਾਨ ਬਣਦੇ ਜਾ ਰਹੇ ਆ। ਉਹਦੇ ਕਰਕੇ ਖੇਤੀਬਾੜੀ ਭੂਮੀ ਜਿਹੜੀ ਹੈਗੀ ਆ ਲਗਾਤਾਰ ਘਟ ਰਹੀ ਹੈਗੀ ਆ ਤੇ ਮਕਾਨ ਜਿਹੜੇ ਹੈਗੇ ਆ ਵੱਧ ਰਹੇ ਹੈਗੇ ਆ। ਜੇ ਖੇਤੀਬਾੜੀ ਭੂਮੀ ਘਟ ਜਾਵੇਗੀ ਤੇ ਅਨਾਜ ਜਿਹੜਾ ਹੈਗਾ ਉਹਦਾ ਉਤਪਾਦਨ ਅਸੀਂ ਕਿਸ ਤਰ੍ਹਾਂ ਵਧਾ ਪਾਵਾਂਗੇ, ਤੇ ਜਿਹੜੀ ਅਸੀਂ ਫੂਡ ਸਿਕਿਉਰਿਟੀ ਦੀ ਗੱਲ ਕਰਦੇ ਆ ਇਹ ਵੀ ਖਤਰੇ ਤੇ ਆ ਜਾਵੇਗੀ। ਯਾਨੀ ਕਿ ਜਿਹੜੀ ਮੁੱਢਲੀ ਲੋੜ ਹੈ ਰੋਟੀ ਕੱਪੜਾ ਤੇ ਮਕਾਨ ਦੀ, ਉਹ ਹਰ ਚੀਜ਼ ਤੇ ਅਸਰ ਪਏਗਾ। ਉਹ ਵਧਦੀ ਹੋਈ ਜਨਸੰਖਿਆ ਦਾ ਜਿਹੜਾ ਹੈਗਾ ਹਰ ਚੀਜ਼ ਦੇ ਉੱਤੇ ਉਹ ਅਸਰ ਪਵੇਗੀ ਜੀ। ਦੂਸਰਾ ਜਿਹੜਾ ਹੈਗਾ ਵਾਤਾਵਰਣ ਦੇ ਉੱਤੇ ਵਧੀ ਹੋਈ ਜਨਸੰਖਿਆ ਦਾ ਅਸੀਂ ਦੇਖਿਆ ਹੈਗਾ ਪਿਛਲੇ ਸਾਲਾਂ 'ਚ ਬਹੁਤ ਪ੍ਰਭਾਵ ਪਿਆ ਹੈ, ਹੁਣ ਵੀ ਦੇਖ ਰਹੇ ਹਾਂ। ਜਿਹੜਾ UN ਹੈਗਾ ਇਸੇ ਲਈ ਵਰਲਡ ਪਾਪੂਲੇਸ਼ਨ ਡੇ ਜਿਹੜਾ ਹੈਗਾ ਮਨਾਉਣ ਦੇ ਵਿੱਚ ਜਿਹੜਾ ਹੈਗਾ ਉਹ ਵਾਤਾਵਰਨ ਨੂੰ ਲੈ ਕੇ ਵੀ ਕਈ ਇਸ਼ੂਜ਼ ਜਿਹੜੇ ਹੈਗੇ ਆ ਦੁਨੀਆ ਦੇ ਉੱਤੇ ਉਹ ਉਜਾਗਰ ਕਰ ਰਹੇ ਹੈਗੇ ਇਹਨਾਂ ਚੀਜ਼ਾਂ ਨੂੰ। ਵੀ ਵਾਤਾਵਰਨ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਪਾਣੀ ਦੀ ਗੱਲ ਕਰੀਏ ਜੇਕਰ, ਹੁਣ ਪੂਰੀ ਦੁਨੀਆ ਦੇ ਜੇਕਰ ਕੁੱਲ ਪਾਣੀ ਦੀ ਅਸੀਂ ਗੱਲ ਕਰਦੇ ਹਾਂ ਤੇ 97% ਪਾਣੀ ਜਿਹੜਾ ਹੈਗਾ ਇਸ ਧਰਤੀ ਦਾ ਉਹ ਸਮੁੰਦਰਾਂ ਦੇ ਵਿੱਚ ਹੈ, ਜਿਹੜਾ ਖਾਰਾ ਪੀਣ ਯੋਗ ਨਹੀਂ ਹੈਗਾ। ਬਾਕੀ ਦਾ 3% ਪਾਣੀ ਜਿਹੜਾ ਹੈਗਾ ਉਹਨੂੰ ਅਸੀਂ ਫਰੈਸ਼ ਵਾਟਰ ਕਹਿੰਦੇ ਹਾਂ, ਜਿਹੜੇ ਨਦੀਆਂ ਨਾਲਿਆਂ ਦੇ ਵਿੱਚ, ਝੀਲਾਂ ਦੇ ਤਲਾਬਾਂ 'ਚ ਮਿਲਦਾ ਹੈ, ਜਾਂ ਅੰਡਰਗਰਾਊਂਡ ਵਾਟਰ ਹੈਗਾ। ਹੁਣ ਇਹ ਵੀ 3% ਪਾਣੀ ਜਿਹੜਾ ਹੈਗਾ, ਜਿਹੜਾ ਕਿ ਗਲੇਸ਼ੀਅਰ ਦੇ ਵਿੱਚ ਹੈਗਾ, ਜਾਂ ਇਹਦਾ ਕੁਝ ਹਿੱਸਾ ਜਿਹੜਾ ਹੈਗਾ ਨਦੀਆਂ ਨਾਲਿਆਂ 'ਚ ਮਿਲਦਾ, ਅਸੀਂ ਪ੍ਰਦੂਸ਼ਿਤ ਕਰ ਚੁੱਕੇ ਹਾਂ। ਗੰਗਾ ਐਕਸ਼ਨ ਪਲਾਨ ਦੀ ਅਸੀਂ ਗੱਲ ਕਰਦੇ ਹਾਂ, ਗੰਗਾ ਦੇ ਕਿਨਾਰੇ 40 ਤੋਂ ਜ਼ਿਆਦਾ ਛੋਟੇ ਤੇ ਵੱਡੇ ਸ਼ਹਿਰ ਵਸੇ ਹੋਏ ਆ, ਬਹੁਤ ਜ਼ਿਆਦਾ ਜਨਸੰਖਿਆ ਲਿਆ, ਉਹਨਾਂ ਦਾ ਜਿਹੜਾ ਸਾਰਾ ਸੀਵੇਜ ਹੈਗਾ ਉਹ ਗੰਗਾ ਦੇ ਵਿੱਚ ਡੰਪ ਹੋ ਰਿਹਾ ਹੈਗਾ। ਚਾਹੇ ਕਿ ਅਸੀਂ ਯਤਨ ਕਰ ਰਹੇ ਹਾਂ ਗੰਗਾ ਨੂੰ ਸਾਫ਼ ਕਰ ਲਈਏ, ਪਰ ਹਜੇ ਵੀ ਇਹ ਬਹੁਤ ਵੱਡਾ ਚੈਲੰਜ ਹੈਗਾ, ਪ੍ਰਦੂਸ਼ਣ ਕਰਤਾ ਅਸੀਂ ਪਾਣੀ ਦਾ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਅੰਦੇਸ਼ਾ ਹੈਗਾ ਵੀ ਦੁਨੀਆ ਦੇ ਵਿੱਚ 2 ਵਰਲਡ ਵਾਰਸ ਤਾਂ ਹੋ ਚੁੱਕੀਆਂ, ਇੱਕ ਤੀਸਰੀ ਵਿਸ਼ਵ ਯੁੱਧ ਵੀ ਹੋਣ ਦਾ ਇੱਕ ਅੰਦੇਸ਼ਾ ਜਤਾਇਆ ਜਾ ਰਿਹਾ ਹੈ। ਔਰ ਤੀਸਰੀ ਵਿਸ਼ਵ ਯੁੱਧ ਹੋਣ ਦਾ ਕਾਰਨ ਜਿਹੜਾ ਹੈਗਾ ਉਹ ਕੋਈ ਬਾਉਂਡਰੀਜ਼ ਹਥਿਆਣਾ ਜਾਂ ਰਿਸੋਰਸਿਸ ਹਥਿਆਣਾ ਨਹੀਂ ਹੋਏਗਾ, ਉਹ ਸਿਰਫ ਤੇ ਸਿਰਫ ਪਾਣੀ ਦੇ ਸੋਮਿਆਂ ਨੂੰ ਲੈ ਕੇ ਹੋਏਗਾ। ਹੋ ਸਕਦਾ ਅਸੀਂ ਦੇਖਦੇ ਹਾਂ ਵੀ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਪਾਣੀ ਨੂੰ ਲੈ ਕੇ ਜਿਹੜੇ ਹੈਗੇ ਬਹੁਤ ਸਾਰੀਆਂ ਲੜਾਈਆਂ ਹੋ ਰਹੀਆਂ ਨੇ। ਹਿੰਦੁਸਤਾਨ ਤੇ ਪਾਕਿਸਤਾਨ ਦੀ ਅਸੀਂ ਗੱਲ ਕਰ ਲਈਏ, ਅਸੀਂ ਵਾਟਰ ਟ੍ਰੀਟੀ ਨੂੰ ਲੈ ਕੇ ਜਾਂ ਕਾਵੇਰੀ ਨੂੰ ਲੈ ਕੇ ਦੇਖ ਲਈਏ, ਪੰਜਾਬ ਤੇ ਹਰਿਆਣਾ ਦੇ ਵਿੱਚ SYL ਨੂੰ ਲੈ ਕੇ ਬਹੁਤ ਸਾਰੇ ਮੁੱਦੇ ਉੱਠ ਰਹੇ ਹੈਗੇ ਆ। ਹਿਮਾਚਲ ਪ੍ਰਦੇਸ਼ ਤੇ ਪੰਜਾਬ ਦੇ ਨਾਲ ਕਈ ਤਰ੍ਹਾਂ ਦੀਆਂ ਪਾਣੀ ਨਾਲ ਸਮੱਸਿਆਵਾਂ ਜਿਹੜੀਆਂ ਹੈਗੀਆਂ ਡਿਸਕਸ ਹੋ ਰਹੀਆਂ। ਪਾਣੀ ਤੋਂ ਬਾਅਦ ਅਸੀਂ ਜੰਗਲਾਂ ਦੀ ਗੱਲ ਕਰਦੇ ਹਾਂ। ਹੁਣ ਜੰਗਲਾਂ ਦੀ ਕਟਾਈ ਬੜੀ ਤੇਜ਼ੀ ਨਾਲ ਹੋ ਰਹੀ ਹੈ ਕਿਉਂਕਿ ਖੇਤੀਬਾੜੀ ਭੂਮੀ ਸਾਨੂੰ ਜ਼ਿਆਦਾ ਚਾਹੀਦੀ ਹੈ। ਹੁਣ ਜੇ ਜੰਗਲਾਂ ਦੀ ਕਟਾਈ ਜ਼ਿਆਦਾ ਕਰ ਦਾਂਗੇ, ਕਾਰਬਨ ਡਾਈਆਕਸਾਈਡ ਦੀ ਮਾਤਰਾ ਵੱਧ ਜਾਏਗੀ, ਵਾਤਾਵਰਨ 'ਚ ਵੱਧਦੀ ਪਈ ਹੈਗੀ ਹੈ। ਕਲੋਰੋਫਲੋਰੋਕਾਰਬਨਸ, ਆਪਣੇ ਕਾਰਬਨ ਡਾਈਆਕਸਾਈਡ ਤੇ ਮੀਥਨ, ਇਹਨਾਂ 3 ਚੀਜ਼ਾਂ ਕਰਕੇ ਪੂਰੀ ਧਰਤੀ ਦਾ ਤਾਪਮਾਨ ਜਿਹੜਾ ਹੈਗਾ ਗਲੋਬਲ ਵਾਰਮਿੰਗ ਹੋ ਰਹੀ ਹੈ। ਕਲਾਈਮੇਟ ਚੇਂਜ ਦੀ ਗੱਲ ਜਿਹੜੀ ਹੈਗੀ ਅੱਜ ਪੂਰੀ UN ਲੈਵਲ ਦੇ ਉੱਤੇ, ਦੁਨੀਆ ਦੇ ਉੱਤੇ ਜਿਹੜੀ ਹੈਗੀ ਇੱਕ ਇਸ਼ੂ ਬਣਿਆ ਹੋਇਆ ਹੈਗਾ ਵੀ ਜੇ ਕਲਾਈਮੇਟ ਚੇਂਜ ਇਸ ਤਰ੍ਹਾਂ ਹੀ ਹੁੰਦਾ ਰਿਹਾ ਤੇ ਆਉਣ ਵਾਲੇ ਸਮੇਂ ਦੇ ਜਿਹੜੇ ਹਾਲਾਤ ਜਿਹੜੇ ਹੈਗੇ ਕਿਸ ਤਰ੍ਹਾਂ ਦੇ ਹੋਣਗੇ, ਕਿਸ ਤਰ੍ਹਾਂ ਅਸੀਂ ਇਹਨੂੰ ਟੈਕਲ ਕਰਾਂਗੇ, ਵੀ ਇਹ ਪਾਪੂਲੇਸ਼ਨ ਦੇ ਦੁਸ਼ਟ ਪ੍ਰਭਾਵ ਹੈ। ਦੂਸਰੇ ਪਾਸੇ ਜਿੱਥੇ ਜਨਸੰਖਿਆ ਘਟਦੀ ਪਈ ਹੈਗੀ ਹੈ, ਜਿਵੇਂ ਯੂਰਪ ਦੇ ਦੇਸ਼ ਹੈਗੇ ਆ, ਕੈਨੇਡਾ ਹੈ ਜਾਂ ਆਸਟ੍ਰੇਲੀਆ, ਨਿਊਜ਼ੀਲੈਂਡ ਹੈ, ਇਹਨਾਂ ਦੀ ਇੱਕ ਆਪਣੀ ਸਮੱਸਿਆ ਹੈ।
ਜਿੰਨੀ ਪੰਜਾਬ ਦੀ ਜਨਸੰਖਿਆ ਹੈ ਉਸ ਤੋਂ ਵੀ ਘੱਟ ਜਿਹੜੀ ਆਸਟ੍ਰੇਲੀਆ ਪੂਰੇ ਮਹਾਦੀਪ ਦੀ ਜਨਸੰਖਿਆ ਹੈ। ਜੀ। ਇਹ ਦੇਸ਼ ਜਿਹੜੇ ਆਪਣੀ ਤਰ੍ਹਾਂ ਦੀ ਸਮੱਸਿਆਵਾਂ ਨਾਲ ਜੂਝ ਰਹੇ ਹੈਗੇ ਆ ਵੀ ਇਹਨਾਂ ਨੂੰ ਵਰਕ ਫੋਰਸ ਨਹੀਂ ਮਿਲ ਰਹੀ, ਇਹਨਾਂ ਨੂੰ ਪਾਪੂਲੇਸ਼ਨ ਬਾਹਰਲੇ ਦੇਸ਼ਾਂ ਤੋਂ ਇਨਮਾਈਗ੍ਰੇਸ਼ਨ ਕਰਵਾਉਣੀ ਪੈਂਦੀ ਹੈਗੀ ਹੈ, ਔਰ ਇਹ ਅਲੱਗ-ਅਲੱਗ ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੀਆਂ ਹੈ ਇਹ ਵੱਧਦੀ ਤੇ ਘਟਦੀ ਹੋਈ ਜਨਸੰਖਿਆ ਦੀ ਤਬਦੀਲੀ ਕਰਕੇ ਅਸੀਂ ਦੇਖ ਰਹੇ ਹਾਂ। ਤੇ ਇਹਨਾਂ ਸਮੱਸਿਆਵਾਂ ਵੱਲ ਧਿਆਨ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ, ਖਾਸ ਤੌਰ ਤੇ ਜਦੋਂ ਅਸੀਂ ਵਰਲਡ ਪੋਪੂਲੇਸ਼ਨ ਡੇ ਤੇ ਜਾਗਰੂਕਤਾ ਦੀ ਗੱਲਬਾਤ ਕਰਦੇ ਹਾਂ ਤੇ ਸਾਰੀਆਂ ਗੱਲਾਂ ਵੱਲ ਧਿਆਨ ਦੇਣਾ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਤਾਂ ਕਿ ਦੇਸ਼ ਤਰੱਕੀ ਕਰੇ, ਵਿਸ਼ਵ ਤਰੱਕੀ ਕਰੇ। ਤੁਸੀਂ ਸਟੂਡੀਓ ਦੇ ਵਿੱਚ ਆਏ ਵਰਲਡ ਪੋਪੂਲੇਸ਼ਨ ਡੇ ਤੇ ਬਹੁਤ ਸਾਰੀਆਂ ਗੱਲਾਂ ਦਰਸ਼ਕਾਂ ਨੂੰ ਦੱਸੀਆਂ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਜੀ। ਅਸੀਂ ਤਾਂ ਸਿਰਫ ਸਲਾਹ ਦਿੱਤੀ, ਇਹਨੂੰ ਝੂਠੀ ਮੰਨ ਜਾ ਪੱਲੇ ਬਨ ਗੱਲ ਤੇਰੇ ਕੰਨ ਵਿੱਚ ਪਾ ਦਿੱਤੀ, ਇਹਨੂੰ ਝੂਠੀ ਮੰਨ ਜਾ ਪੱਲੇ ਬਨ ਗੱਲ ਤੇਰੇ ਕੰਨ ਵਿੱਚ ਪਾ ਦਿੱਤੀ, ਜੋ ਖੜਦੇ ਨੇ ਵਿੱਚ ਰਾਹ ਦੇ, ਜੋ ਖੜਦੇ ਨੇ ਵਿੱਚ ਰਾਹ ਦੇ, ਉਹਨਾਂ ਮਨ ਚੱਲਿਆ ਤੋਂ ਬਚਿਆ ਕਰ ਲੋਕਾਂ ਦੀਆਂ ਨਜ਼ਰਾਂ, ਲੋਕਾਂ ਦੀਆਂ ਨਜ਼ਰਾਂ ਸ਼ੱਕੀ ਨੇ, ਨਾ ਖਿੜਖਿੜ ਬਹੁਤਾ ਹੱਸਿਆ ਕਰ, ਨਾ ਖਿੜਖਿੜ ਬਹੁਤਾ, ਨਾ ਖਿੜਖਿੜ ਬਹੁਤਾ ਹੱਸਿਆ ਕਰ। ਟੁੱਟੇ ਹੋਏ ਤਾਰੇ ਵਰਗੀ ਅੱਜ ਕੱਲ ਵਫਾ ਵੀ ਆਉਂਦੀ ਰਾਸ ਨਹੀਂ, ਕਾਗਜ਼ ਦੇ ਫੁੱਲਾਂ ਤੋਂ ਚੱਲੀਏ ਖੁਸ਼ਬੂ ਦੀ ਕੋਈ ਆਸ ਨਹੀਂ, ਕਾਗਜ਼ ਦੇ ਫੁੱਲਾਂ ਤੋਂ ਅੜੀਏ ਖੁਸ਼ਬੂ ਦੀ ਕੋਈ ਆਸ ਨਹੀਂ, ਟੇਢੀ ਜਿਹੀ ਤੱਕਣੀ ਤੱਕ ਕੇ ਨਾ, ਟੇਢੀ ਜਿਹੀ ਤੱਕਣੀ ਤੱਕ ਕੇ ਨਾ, ਰਾਈਆਂ ਦੇ ਮਨ ਵਿੱਚ ਵਸਿਆ ਕਰ ਲੋਕਾਂ ਦੀਆਂ ਨਜ਼ਰਾਂ, ਲੋਕਾਂ ਦੀਆਂ ਨਜ਼ਰਾਂ ਸ਼ੱਕ